KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:34 ਹੋਏ ਨੇ। 7 ਜੁਲਾਈ ਹੈ, ਵਰਾ 2021 ਦਾ ਬੁੱਧਵਾਰ ਹੈ। 23 ਹਾੜ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਇੱਕ ਦੋ ਖਬਰਾਂ ਸੁਣਾ ਕੇ ਅੱਜ ਰਾਮ ਸਰੂਪ ਅਣਖੀ ਜੀ ਦੀ ਕਹਾਣੀ ਤੁਹਾਨੂੰ ਮੈਂ ਸੁਣਾਉਣੀ ਹੈ। ਔਰ ਪਿਛਲੇ 3-4 ਮਹੀਨੇ ਦੇ ਵਿੱਚ ਖਾਰਾ ਦੁੱਧ ਜਿਹੜਾ ਉਹਨਾਂ ਨੇ ਸੁਣਾਈ ਸੀ ਇੱਕ, ਉਹਦੇ ਲਈ ਵੀ ਕਹਿ ਰਹੇ ਹੋ ਤੁਸੀਂ ਵੀ ਉਹ ਸੁਣਾਓ ਦੁਬਾਰਾ, ਤੇ ਇੱਕ ਨਵੀਂ ਤਿਆਰ ਕੀਤੀ ਹੈ। ਮਰਜ਼ੀ ਤੁਹਾਡੀ ਹੈ। ਫੇਸਬੁੱਕ 'ਚ ਮੈਂ ਲਿਖਿਆ ਵੀ ਜਿਹਦੀਆਂ ਵੋਟਾਂ ਵੱਧ ਗਈਆਂ ਉਹੀ ਸੁਣਾ ਦੇਣੀ। ਨਵੀਂ ਸੁਣਨੀ ਹੈ ਨਵੀਂ, ਤੇ ਖਾਰਾ ਦੁੱਧ ਮਿਲਖੀ ਦੀ ਸੁਣਨੀ ਹੈ ਤਾਂ ਮਿਲਖੀ ਦੀ ਸੁਣਾ ਦੂੰਗਾ। ਚਿੱਟੀ ਕਬੂਤਰੀ ਵਾਲੀ ਵੀ ਗੱਲ ਚੱਲ ਰਹੀ ਹੈ ਵੀ ਉਹ ਵੀ ਸੁਣਾਓ। ਇੱਕ ਦੋ ਵਾਰ ਸੁਣਾ ਦਿੱਤੀ ਹੈ ਅੱਗੇ, ਤੇ YouTube ਤੇ ਪਈ ਹੈ, ਉੱਥੇ ਸੁਣਨੀ ਹੈ ਉੱਥੇ ਸੁਣ ਲਿਓ। 8144 247 1550 ਆਉਣੇ ਨੰਬਰ ਹੈ। 1844247155 ਤੇ ਤੁਸੀਂ ਆਉਣੇ ਗੱਲਬਾਤ ਕਰਨੀ ਹੈ। ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵਾਲਿਆਂ ਨੇ ਅੱਜ 3 ਦਿਨਾਂ ਦਾ ਜਿਹੜਾ ਉਹ ਸੰਘਰਸ਼ ਆਪਣਾ ਵਿੱਢਿਆ ਹੋਇਆ, ਤੇ ਰਵੀ ਕਾਲੋਂ ਦੇ 3 ਦਿਨਾਂ ਦਾ ਜਿਹੜਾ ਪ੍ਰੋਟੈਸਟ ਉਹਨਾਂ ਨੇ ਸ਼ੁਰੂ ਕਰ ਦਿੱਤਾ ਆਊਟਸਾਈਡ ਜਿਹੜਾ ਆਫਿਸ ਮਿਨਿਸਟਰ ਰਵੀ ਕਾਲੋਂ ਦਾ। UTABC.ca ਤੇ 604 499 8400 ਤੇ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਲੈ ਸਕਦੇ ਹੋ। 10 ਵਜੇ ਦੇ ਮੁੰਡੇ ਬੈਠੇ 83 50 112 ਸਟਰੀਟ ਤੇ। ਕਾਹਦੀਆਂ ਮਿਨਿਸਟਰੀਆਂ ਨੇ ਜੇ ਭਾਈਚਾਰਾ ਰੁਲਦਾ ਜਾ ਸਕਦਾ। ਬਿੱਡ ਪੁਰਾਣੀ ਬੈੜ ਜੋਤ ਤੇ ਜਾਤੂ ਹੁੰਦੇ ਨੇ। ਕਾਂਗਿਆਰੀ ਭਖੜਾ ਖੱਬਲ ਬਾਥੂ ਹੁੰਦੇ ਨੇ। ਪਿੱਪਲ ਪਿਲਕਣ ਟਾਲੀ ਨਿੰਮ ਬਰੋਟੇ ਹੁੰਦੇ ਨੇ। ਚੁੱਲ੍ਹੇ ਚੁਰਾਂ ਪ੍ਰਾਂਤਾਂ ਕੂੰਡੀ ਸੋਟੇ ਹੁੰਦੇ ਨੇ। ਮਾਮ ਜਿਸਤਿਆਂ ਕੁੱਟ ਕੇ ਡੱਬੀ ਭਰੀ ਮਸਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਡੰਡੀਆਂ ਹੁੰਦੀਆਂ ਬੱਚਿਆ ਜਾਂ ਫਿਰ ਲੀਹਾਂ ਕਹਿੰਦੇ ਆ, ਹੁੰਦੀਆਂ ਨਹੀਂ ਸਟਰੀਟਾਂ ਨਿੱਕਿਆ 20 ਕਹਿੰਦੇ ਆ। ਔਸਰ ਪਹਿਲਣ ਫੰਡਰ ਤੇ ਭਲਿਆਟ ਵੀ ਹੁੰਦੀ ਹੈ। ਕੋਹਾਂ ਕਰਮਾਂ ਦੀ ਮਿਣਤੀ ਵਿੱਚ ਵਾਟ ਵੀ ਹੁੰਦੀ। ਸੇਵਾ ਪੂਰੀ ਕਰੀ ਦੀ ਬਾਹੋਂ ਖਿੱਚ ਬਿਠਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਲੱਦੇ ਗੱਡੇ ਦਾਬੂ ਕਦੇ ਅਲਾਰੂ ਹੁੰਦੇ ਨੇ। ਨਹਿਰ ਵਾਲੇ ਪਿੰਡ 5-7 ਪੱਕੇ ਤਾਰੂ ਹੁੰਦੇ ਨੇ। ਖੂਹ ਹੁੰਦੇ ਨੇ ਟਿੱਬੇ ਢੱਕੀ ਟਾਹਲੀ ਵਾਲੇ ਬਈ। ਔਲੂ ਕੁੰਡਾ ਨੱਕੇ ਚੇਪੇ ਖੇੜਾ ਬਖਾਲੇ ਬਈ। ਭੂੰਗੇ ਨਾਰੇ ਮੀਣੇ ਸਾਵੇ ਸਿਫਤ ਕੀ ਕਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਸਾਡੇ ਵਾਲਿਆਂ ਦੀ। ਪੈਂਟ ਕਾਟ ਜਾਂ ਝੋਲੀ ਵਾਲੇ ਪਜਾਮੇ ਹੁੰਦੇ ਆ। ਪੱਲੀਆਂ ਉੱਤੇ ਬੈਠੇ ਜੱਟ ਅਵਾਮੇ ਹੁੰਦੇ ਆ। ਕੱਲੇ ਕਿਆਰੇ ਨਹੀਂਓ ਵਿੱਚ ਆੜਾਂ ਵੀ ਹੁੰਦੀਆਂ ਨੇ। ਖਿੱਚਣਾ ਚੱਕਣਾ ਹੁੰਦਾ ਇੱਕ ਤਾੜਾਂ ਵੀ ਹੁੰਦੀਆਂ ਨੇ। ਇੱਧਰ ਜਾਂ ਫਿਰ ਉੱਧਰ ਛੱਡਣਾ ਵਿੱਚ ਵਿਚਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਸਵਾਦ ਜੇ ਲੈਣਾ ਸਾਗ ਰੋਟੀ ਤੇ ਧਰ ਕੇ ਖਾਈਦਾ। ਘੋਲੀ ਦਾ ਨਹੀਂ ਘੋਟੀ ਦਾ ਜਿਹੜਾ ਆਲਣ ਪਾਈਦਾ, ਜਿਵੇਂ ਕਹਿੰਦੇ ਗੰਨਾ ਖਾਈਦਾ। ਮੱਕੀ ਦੀ ਨਹੀਂ ਲੈਂਦੀ ਰੋਟੀ ਹਾਰੀ ਸਾਰੀ ਤੋਂ। ਤਾਂ ਹੀ ਗੁਰਦੁਆਰੇ ਗ੍ਰੰਥੀ ਬੋਲਦੇ ਨੇ ਭਾਈ ਮੱਕੀ ਦੀਆਂ ਰੋਟੀਆਂ ਲਾਉਣ ਵਾਲੀਆਂ ਆ ਜਾਓ। ਪੁਰਾਣੀਆਂ ਬੇਬੀਆਂ ਹੀ ਜਾਂਦੀਆਂ ਨੇ, ਹੁਣ ਵਾਲੀਆਂ ਤੋਂ ਨਹੀਂ ਲੈਂਦੀਆਂ। ਮੱਕੀ ਦੀ ਨਹੀਂ ਲੈਂਦੀ ਰੋਟੀ ਹਾਰੀ ਸਾਰੀ ਤੋਂ। ਕਿੱਥੇ ਚੰਗੀ ਲੱਗਦੀ ਹੈ ਬਿਨਾਂ ਦਾਲ ਕਰਾਰੀ। ਰਿੱਝੀ ਤੋਂ ਗੱਲ ਹੁੰਦੀ ਚੁੱਲ੍ਹੇ ਬਾਲਣ ਗਾਲਿਆਂ ਦੀ ਇੱਥੇ ਆ ਕੇ ਗੱਲ ਮੁੱਕਦੀ ਹੈ ਸਾਡੇ ਵਾਲਿਆਂ। ਮਗਰੀ ਲਾਈ ਦੀ ਬੰਨ ਕੇ ਚੱਕਣੀ ਪੰਡ ਕਹਾਉਂਦੀ ਹੈ। ਰੇਤ ਗੰਡਾਸੀ ਲੱਗਦੀ ਖੁਰਪੀ ਚੰਡ ਕਰਾਉਂਦੀ ਹੈ। ਅੰਗਲੀ ਸੰਗ ਤੇ ਸੱਬਲ ਫੌੜਾ ਸੰਦ ਜ਼ਰੂਰੀ ਨੇ। ਡੱਕੇ ਨਾਲ ਬਰੋਜ਼ਾ ਪਟੇ ਤੇ ਪਾਉਂਦੇ ਪੂਰੀ। ਕਾਰੀਗਰੀ ਹੈ ਪੂਰੀ ਪੀਪੀ ਦੇ ਪਰਨਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ। ਦੁਪੱਟੀਆਂ ਦੋਲੇ ਚਾਦਰਾਂ ਖੇਸੀਆਂ ਮੋਢੇ ਪੂਰੇ ਨੇ। ਡੱਬੀਆਂ ਵਾਲੇ ਪਰਨੇ ਨਿੱਤਰ ਪਏ ਸਰੂਰੇ ਨੇ। ਪਾਥੀਆਂ ਪੇਪਾਂ ਛਿਟੀਆਂ ਝਿੰਗਾ ਰੀਣ ਗੁਹਾਰੇ ਦੀ। ਅਚਨਚੇਤ ਜੀ ਗੂੰਜ ਹਾਸੇ ਦੇ ਫੁੱਟੇ ਫੁਹਾਰੇ। ਦੇਣ ਉਦਾਹਰਨ ਬੈਠੇ ਸਤਿਵ ਜਦੀਦੇ ਗਾਲਿਆਂ ਦੀ ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ। ਲਾ ਕੇ ਵੁੱਡਲੈਂਡ ਖੂੰਜੇ ਪੈਰੀ ਪਾਏ ਖੁੱਸਿਆਂ ਨੇ। ਕਿੱਥੇ ਮੁਚਣਾ ਬੱਲਿਆ 6-6 ਫੁੱਟ ਦੇ ਜੁੱਸਿਆਂ ਨੇ। ਭਾਈਚਾਰਾ ਪੱਲੇ ਬਾਕੀ ਜਰਕਾਂ ਮੜਕਾਂ ਹੋਏ। ਸਵੇਰ ਚੜੀ ਤੋਂ ਜੱਫੀਆਂ ਆਥਣ ਵੇਲੇ ਬੜਕਾਂ ਹੋਏ। ਭੁੱਲ ਜਾਂਦੀ ਹੈ ਬਾਤ ਹੋਏ ਰਾਤ ਗਲਾਸ ਹੰਗਾਲਿਆਂ ਦੀ ਇੱਥੇ ਆ ਕੇ ਗੱਲ ਮੁੱਕਦੀ ਹੈ ਪਿੰਡਾਂ ਵਾਲਿਆਂ ਦੀ। ਗਰਮੀ ਕਹਿੰਦੇ ਟਾਠ ਬੋਲਦਾ ਠੰਡ ਨੂੰ ਪਾਲਾ ਬਈ।
ਪਿੰਡ ਗਵਾਂਢੀ ਦਾਊ ਮਾਜਰਾ ਚੀਮਾ ਘਰਾਲਾ ਵੀ ਪਿੱਠਾਂ ਉੱਪਰੋਂ ਚੋਂਦੇ ਮੁੜ ਕੇ ਘਰ ਦੇ ਵੱਟਾਂ ਨੂੰ ਕਿਹੜੇ ਯੋਗੇ ਠੀਕ ਕਰਨਗੇ ਲੱਗੀਆਂ ਸੱਟਾਂ। ਕਹਿੰਦੇ ਮਾਂਗਤਾ ਬਦਲੂ ਕਿਸਮਤ ਅਟਣਾ ਕਾਲਿਆਂ ਦੀ, ਇੱਥੇ ਆ ਕੇ ਮੁੱਕਦੀ ਹੈ ਗੱਲ ਪਿੰਡਾਂ ਵਾਲਿਆਂ ਦੀ। ਹਲੇ ਬਹੁਤ ਲੰਬਾ ਸੀ, ਫਿਰ ਸੁਣਾ ਦੇਵਾਂਗੇ ਕਿਤੇ। ਗਵਾਂਢੀ ਲਿਖਦਾ ਤੇ ਪੇਂਡੂ ਦਾਊ ਮਾਜਰਾ ਸੁਰਿੰਦਰ ਸਿੰਘ ਪੈਲੇ ਗੱਭੇ ਆ ਦੋਨੇ ਪਿੰਡਾਂ ਦੇ। ਸਾਰਿਆਂ ਦਾ ਧੰਨਵਾਦ ਜੀ। ਗਗਨ ਸਿੰਘ ਮੇਰੇ ਨਾਲ ਨੇ, ਜਿਹੜਾ ਮੁੰਡਿਆਂ ਨੇ ਅੱਜ ਮੁਜ਼ਾਹਰਾ ਸ਼ੁਰੂ ਕੀਤਾ ਰਵੀ ਕਾਲੋਂ ਦੇ ਦਫ਼ਤਰ ਦੇ ਬਾਹਰ ਮਿਨਿਸਟਰ ਦੇ, ਉਹਦੇ ਬਾਰੇ ਦੱਸਣ ਲਈ ਮੇਰੇ ਨਾਲ ਨੇ। ਗਗਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਹੈਲੋ। ਹਾਂਜੀ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਦੱਸੋ, ਕਿੰਨੇ ਵਜੇ ਦੇ ਜਿਹੜਾ ਮੁਜ਼ਾਹਰਾ ਸ਼ੁਰੂ ਹੋਇਆ ਤੇ ਕਿੰਨੇ ਦਿਨ ਚੱਲਣਾ ਹੈ? ਵੀ 10 ਤੋਂ ਸਵੇਰ ਦੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਰੋਜ਼ ਇਹ ਹੋਇਆ ਕਰਨਾ। ਅੱਜ ਪਹਿਲਾ ਦਿਨ ਸੀਗਾ ਤੇ ਸ਼ੁੱਕਰਵਾਰ ਦੁਪਹਿਰ ਤੱਕ ਹੀ ਹੈ ਜੀ। ਤੇ ਇਹਦਾ ਮੇਨ ਜਿਹੜਾ ਕਾਰਨ ਆ ਉਹ ਸਿਰਫ ਇਹ ਆ ਵੀ ਰਾਜਨੀਤਿਕਾਂ ਦਾ ਜਿਹੜਾ ਉਹਨਾਂ ਨੇ ਪਿੱਠ ਕੀਤੀ ਆ ਇਸ ਪਾਸੇ ਨੂੰ, ਇਸ ਇਸ਼ੂ ਨੂੰ ਸੋਲਵ ਕਰਨ ਦੇ ਲਈ, ਉਹਨਾਂ ਨੂੰ ਇੱਕ ਗਫਲਤ ਦੀ ਨੀਂਦ ਦੇ ਵਿੱਚੋਂ ਉਠਾਉਣ ਦਾ ਇੱਕ ਤਰੀਕਾ ਕਰ ਰਹੇ ਆ ਵੀ ਸ਼ਾਇਦ ਕਿਤੇ ਉਹ ਉੱਠ ਜਾਣ। ਪਰ ਇੱਕ ਚੀਜ਼ ਅੱਜ ਦੀ ਜੋ ਹੋਈ ਉਹ ਇਹ ਸੀਗੀ, ਜਦੋਂ ਅਸੀਂ ਰਵੀ ਕਾਲੋਂ ਉਹਨਾਂ ਦੇ ਦਫ਼ਤਰ ਗਏ ਆ ਤੇ ਅੰਦਰ ਲਾਈਟਾਂ ਵੀ ਜਗਦੀਆਂ ਸੀ ਤੇ ਬਲਾਈਂਡ ਵੀ ਖੁੱਲੇ ਸੀ। ਪਹਿਲੋਂ ਉਹਨਾਂ ਨੇ ਹੌਲੀ ਹੌਲੀ ਬਲਾਈਂਡ ਬੰਦ ਕੀਤੇ, ਫਿਰ ਹਾਲਾਂਕਿ ਅਸੀਂ ਕੋਈ ਉਹਨਾਂ ਦਾ ਡੋਰ ਨੌਕ ਨਹੀਂ ਕੀਤਾ, ਕੋਈ ਉੱਤੇ ਕੋਈ ਕਿਸੇ ਨੇ ਕੋਈ ਗਲਤ ਹਰਕਤ ਨਹੀਂ ਕੀਤੀ। ਅਸੀਂ ਚੁੱਪ ਕਰਕੇ ਬਾਹਰ ਜਾ ਕੇ ਖੜ ਗਏ ਤੇ ਉਹਨਾਂ ਦੇ ਦਫ਼ਤਰ ਦਾ ਸਟਾਫ ਜਿਹੜਾ ਸੀ ਉਹ ਲੌਕ ਲਾ ਕੇ ਮਗਰਲੇ ਦਰਵਾਜ਼ੇ ਥਾਣੀ ਭੱਜ ਗਿਆ, ਸਾਹਮਣੇ ਵੀ ਨਹੀਂ। ਤੇ ਇੱਕ ਜਿਹੜੀ ਚਲੋ ਇੱਥੇ ਦੇ ਸਿਸਟਮ ਦੇ ਵਿੱਚ ਲੋਕ ਮੁਜ਼ਾਹਰੇ ਕਰਦੇ ਆ ਸ਼ਾਂਤਮਈ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਇਹ ਮਿਨਿਸਟਰ ਤੇ MLA ਜਿਨ੍ਹਾਂ ਦੇ ਤੁਸੀਂ ਦਰਾਂ ਤੇ ਜਾ ਰਹੇ ਹੋ, ਇਹ ਤੁਹਾਨੂੰ ਮਿਲ ਵੀ ਨਹੀਂ ਰਹੇ, ਇਹਨਾਂ ਕੋਲ ਟਾਈਮ ਨਹੀਂ ਹੈ। ਜੇ ਇਹਨਾਂ ਕੋਲ ਇੱਥੇ ਟਾਈਮ ਨਹੀਂ ਹੁਣ, ਕਿਉਂਕਿ ਮਿਨਿਸਟਰ ਵੱਡੇ ਨੇ ਵਿਕਟੋਰੀਆ ਹੀ ਰਹਿੰਦੇ ਆ, ਤੇ ਤੁਸੀਂ ਵਿਕਟੋਰੀਆ ਜਾ ਕੇ ਮਿਲਿਆ ਹੋ ਇਹਨਾਂ ਨੂੰ, ਤੁਹਾਨੂੰ ਮਿਲਣ ਦੀ ਗੱਲ ਨਹੀਂ ਕਰਦੇ ਇਹ? ਵੀ ਤੁਸੀਂ ਮਿਲਣ ਦੀ ਗੱਲ ਕਰਦੇ, ਅਸੀਂ ਤਾਂ ਜ਼ੂਮ ਤੇ ਰਿਕੁਐਸਟ ਭੇਜ ਕੇ ਦੇਖੀ ਆ ਵੀ ਭਾਈ ਤੁਸੀਂ ਜ਼ੂਮ ਤੇ ਹੀ ਆ ਜਾਓ, ਜ਼ੂਮ ਤੇ ਵੀ ਨਹੀਂ ਆਉਂਦੇ। ਕਿਉਂਕਿ ਗੱਲਾਂ ਦੇ ਜਵਾਬ ਨੇ ਜਿਹੜੇ ਲਾਰੇ ਲਾਏ ਆ ਉਹ ਤਾਂ ਹੁਣ ਲਾਤੇ ਉਦੋਂ ਜਦੋਂ ਵੋਟਾਂ ਲੈਣੀਆਂ ਸੀਗੀਆਂ ਰਹੀ, ਜਦੋਂ ਕੰਮ ਮੁੱਕ ਗਿਆ, ਹੁਣ ਸਰਕਾਰ ਬਣ ਗਈ, ਹੁਣ ਭੱਜੇ ਫਿਰਦੇ। ਈਵਨ ਬੜੇ ਦੁੱਖ ਨਾਲ ਕਹਿ ਰਹੇ ਆ ਜੀ ਵੀ ਅਕਸਰ ਰੇਡੀਓ ਤੇ ਮੀਡੀਆ ਸਟੇਸ਼ਨ ਤੇ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਜਿਹੜੇ ਇੰਡੀਆ ਦੇ ਬੋਰਨ ਆ ਉਹ ਰਾਜਨੀਤੀ ਦੇ ਵਿੱਚ ਨਾ ਆਉਣ, ਪਰ ਅੱਜ ਤਾਂ ਇਹ ਵੀ ਕਲੀਅਰ ਹੋ ਗਿਆ ਵੀ ਰਵੀ ਕਾਲੋਂ ਹੁਣੀ ਤਾਂ ਕੈਨੇਡਾ ਦੇ ਜੰਮੇ ਆ। ਉਹਨਾਂ ਦਾ ਇਸ ਚੀਜ਼ ਤੋਂ ਭੱਜਣਾ, ਤੁਸੀਂ ਇਹ ਦੇਖੋ ਅੱਜ ਤਾਂ ਅਸੀਂ ਇਕੱਠ ਕਰਕੇ ਗਏ ਆ, ਚਲੋ ਅਸੀਂ ਸਾਰੇ ਇਕੱਠੇ ਗਏ ਆ। ਇਕੱਲਾ ਇਹ ਨਹੀਂ, ਸਾਨੂੰ ਜਿਹੜੇ ਹੋਰ ਵੀਰ ਟਰੱਕਰਸ ਆ ਭੰਗੂ ਹੁਣੀ, ਉਹਨਾਂ ਦਾ ਗਰੁੱਪ ਜਿਹੜਾ ਉਹ ਕਾਫੀ ਤਕਰੀਬਨ 6 ਹਫ਼ਤਿਆਂ ਤੋਂ ਰਵੀ ਕਾਲੋਂ ਦੇ ਦਫ਼ਤਰ ਦੇ ਵਿੱਚ ਫੋਨ ਕਰ ਰਿਹਾ, ਜਿਨ੍ਹਾਂ ਦੇ ਵਿੱਚੋਂ ਇੱਕ ਵੀਰ ਜਿਹੜਾ ਉਹ ਡੈਲਟੇ ਦਾ ਨਿਵਾਸੀ ਆ, ਡੈਲਟੇ ਦਾ ਐਡਰੈਸ ਆ, ਉਹਦਾ ਓਫੀਸ਼ੀਅਲੀ MLA ਰਵੀ ਕਾਲੋਂ ਆ। ਤੇ ਰਵੀ ਕਾਲੋਂ ਹੁਣੀ ਉਹਨਾਂ ਨੂੰ ਮਿਲਣ ਤੋਂ ਜਵਾਬ ਦੇਤਾ ਵੀ ਨਹੀਂ, ਰਵੀ ਕਾਲੋਂ ਦੇ ਕੋਲ ਜੀ ਟਾਈਮ ਨਹੀਂ ਗਾ। ਤੇ ਫਿਰ ਇਹਦਾ ਫਿਰ ਤੁਸੀਂ ਕਿੱਧਰ ਨੂੰ ਇਹਨੂੰ ਵੇਖਦੇ ਹੋ ਵੀ ਕੀ ਫਿਰ ਇਵੈਂਚੁਅਲੀ ਹੋਏਗਾ ਕੀ? ਦੇਖੋ ਕੋਰਟ ਦੇ ਵਿੱਚ ਤਾਂ ਅਸੀਂ ਗਏ ਹੀ ਆ, ਕੋਰਟ ਦੇ ਵਿੱਚ ਅਸੀਂ ਮੈਂਡੇਮਸ ਲੈ ਕੇ ਦੇਣਾ ਆ ਸਰਕਾਰ ਨੂੰ, ਕਰਨਾ ਫਿਰ ਵੀ ਸਰਕਾਰ ਨੂੰ ਹੀ ਪੈਣਾ ਆ, ਕਿਉਂਕਿ ਜੋ ਪ੍ਰੋਮਿਸ ਆ ਜਿਹੜੇ ਨਹੀਂ ਸਰੋਤੇ ਇਸ ਇੰਡਸਟਰੀ ਬਾਰੇ ਜਾਣਦੇ, 2014 ਵਾਲਾ ਜੋ ਸਮਝੌਤੇ ਹੋਏ ਆ, ਜਿਹੜੀਆਂ ਗੱਲਾਂ ਦੇ ਆਧਾਰ ਤੇ ਲੈਜਿਸਲੇਸ਼ਨ ਬਣੀ ਆ, ਉਹ ਸਾਰਾ ਕੁਝ ਉਹਨਾਂ ਨੂੰ ਉਹਦੇ ਅਕੋਰਡਿੰਗਲੀ ਕਰਨਾ ਪੈਣਾ ਹੈ। ਪਰ ਗੱਲ ਸਿਰਫ ਇੱਥੇ ਆ ਕੇ ਖੜ ਗਈ ਆ ਵੀ ਕੀ ਜਿਹੜੇ ਪੰਜਾਬੀ ਰਾਜਨੀਤਿਕ ਆ ਜਾਂ ਸਰੀ ਦੇ ਪੋਲੀਟੀਸ਼ੀਅਨ ਆ, ਸੌਰੀ ਮੈਂ ਪੰਜਾਬੀ ਕਹਿਤਾ,
ਪਰ ਕੀ ਜਿਹੜੇ ਸਰੀ ਦੇ ਪੋਲੀਟੀਸ਼ੀਅਨ ਕੀ ਉਹਨਾਂ ਦੀ ਸੁਣਵਾਈ ਹੈ ਨਹੀਂ? ਚਾਹੇ ਵਿਕਟੋਰੀਆ ਦੇ ਵਿੱਚ ਸਾਨੂੰ ਨਹੀਂ ਇਸ ਚੀਜ਼ ਬਾਰੇ ਪਤਾ, ਪਰ ਜਿਸ ਢੰਗ ਦੇ ਨਾਲ ਰਵੀ ਕਾਲੋਂ ਹੋਣਾ ਦਾ ਅੱਜ, ਕਿਉਂਕਿ ਪਹਿਲਾ ਦਿਨ ਸੀਗਾ, ਅੱਗੇ ਦੇਖਦੇ ਆ ਕੀ ਨਿਕਲਦਾ। ਪਰ ਜਿਹੜਾ ਉਹਨਾਂ ਦਾ ਵੀ ਇਸ ਚੀਜ਼ ਤੋਂ ਭੱਜਣਾ, ਕਿੰਨਾ ਕੁ ਚਿਰ ਭੱਜ ਲਓਗੇ? ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਵੀ ਅਸੀਂ ਕੋਈ ਇਹ 1-2 ਦਿਨਾਂ ਦੀ ਗੱਲ ਆ, ਹਨਾ। ਹਾਲੇ ਤਾਂ ਇਹ ਵੀ ਉਹਨਾਂ ਦੇ ਸ਼ਾਇਦ ਓਵਰ ਕਾਨਫੀਡੈਂਟ ਹੋਣਗੇ ਬਈ ਹਾਲੇ ਇਲੈਕਸ਼ਨ ਨੂੰ 3 ਸਾਲ ਪਿਆ, ਪਰ 3 ਸਾਲ ਨਹੀਂ। ਅਸੀਂ ਤਾਂ ਸ਼ਾਇਦ ਰਵੀ ਕਾਲੋਂ ਉਹਨਾਂ ਨੂੰ ਨਾ ਪਤਾ ਹੋਵੇ ਇਤਿਹਾਸ ਦਾ, ਵੀ ਅਸੀਂ ਤਾਂ 21 ਸਾਲ ਤੱਕ ਚੇਤੇ ਰੱਖਦੇ ਆ ਵੀ ਇਹ ਤਾਂ ਬੜੀ ਛੋਟੀ ਜਿਹੀ ਗੱਲ ਆ। 3 ਸਾਲ ਤਾਂ ਬੜੀ ਇੱਕ ਬੇਬਿੰਦ ਵਾਂਗ ਨਿਕਲ ਜਾਣਗੇ। ਪਰ ਜੋ ਓਵਰਆਲ ਜੋ ਸਿਸਟਮ ਹੋ ਰਿਹਾ ਨਾ ਜੀ, ਉਹ ਹਰ ਜਗ੍ਹਾ ਰਾਜਨੀਤਿਕ ਕਿਤੇ ਨਾ ਕਿਤੇ ਇਸ ਗੱਲੋਂ ਪਾਲਾ ਵੱਟਦੇ ਆ। ਜਦੋਂ ਉਹ ਇਲੈਕਸ਼ਨ ਹੁੰਦੀ ਉਹ ਕੁਛ ਕਹਿੰਦੇ, ਪਰ ਜਦੋਂ ਕਹਿਣੀ ਤੇ ਕਰਨੀ ਵਾਲੀ ਗੱਲ ਹੁੰਦੀ ਫਿਰ ਉਹ ਭੱਜ ਜਾਂਦੇ। ਜੀ ਗਿੱਲ ਸਾਹਿਬ, ਤੇ ਜਿਹੜਾ ਆਪਣਾ ਹੈਗਾ ਤੁਹਾਡਾ ਅਦਾਲਤਾਂ ਤੇ ਉਹਦੇ ਵਿੱਚ ਫਿਰ ਉਹਦੇ ਨਾਲ ਫਰਕ ਕੀ ਪੈਣਾ? ਜਾਂ ਤੁਸੀਂ ਅਦਾਲਤ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਲਿਆ ਕੇ ਦੇਣਾ ਹੈ ਕਾਗਜ਼ ਪੱਤਰ, ਫਿਰ ਕੀ ਫਰਕ ਪੈ ਸਕਦਾ? ਵੀ ਕੋਰਟ ਫਿਰ ਗੱਲ ਕਰਦੀ ਹੁੰਦੀ ਆ ਮੰਡੇਮਸ, ਉਹਨੂੰ ਕਹਿੰਦੇ ਹੁੰਦੇ ਆ। ਮੰਡੇਮਸ ਦਾ ਮਤਲਬ ਇਹ ਹੁੰਦਾ ਵੀ ਜੇ ਮੌਕੇ ਦੀ ਸਰਕਾਰ ਕੋਈ ਨਹੀਂ ਕੰਮ ਕਰਦੀ, ਫਿਰ ਕੋਰਟ ਉਹਨਾਂ ਨੂੰ ਕਹਿੰਦੀ ਆ ਵੀ ਆਹ ਜੋ ਤੁਸੀਂ ਵਾਅਦੇ ਪਾਰਲੀਮੈਂਟ ਦੇ ਵਿੱਚ ਕੀਤੇ ਆ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਆ। ਉਹਦੀ ਐਗਜ਼ਾਮਪਲ ਜਦੋਂ ਕ੍ਰਿਸਟੀ ਕਲਾਰਕ ਉਹਨਾਂ ਦੀ ਸਰਕਾਰ ਸੀਗੀ, ਜਦੋਂ ਤੁਸੀਂ ਇਹ ਦੇਖੋ ਵੀ ਜਦੋਂ ਟੀਚਰ ਉਹਨਾਂ ਨੂੰ ਕੋਰਟ ਦੇ ਵਿੱਚ ਲੈ ਗਏ, ਜਿਹੜੀਆਂ ਗੱਲਾਂ ਤੋਂ ਉਹ ਭੱਜਦੇ ਸੀਗੇ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਕੋਰਟ ਨੇ ਕਰਵਾਇਆ। ਫਿਰ ਜਿਹੜੀਆਂ ਗੱਲਾਂ ਉਹ ਕਹਿੰਦੇ ਸੀਗੇ, ਸੋ ਕੋਰਟ ਦੇ ਵਿੱਚੋਂ ਜ਼ਰੂਰ ਅਸੀਂ ਪੂਰਾ ਸਾਨੂੰ ਯਕੀਨ ਹੈ, ਕਿਉਂਕਿ ਜਦੋਂ ਲੈਜਿਸਲੇਸ਼ਨ ਆਈ ਹੈ ਨਾ ਜੀ ਕੰਟੇਨਰ ਟਰਕਿੰਗ ਕਮਿਸ਼ਨ ਦੀ, ਉਹਦੇ ਵਿੱਚ ਬਕਾਇਦਾ ਇਹਦੇ ਬਾਰੇ ਬਹਿਸ ਹੋਈ ਆ। ਤੇ ਜਦੋਂ ਬਹਿਸ ਹੋਈ ਆ, ਇਹ ਵੀ ਇੱਕ ਗਿੱਲ ਸਾਹਿਬ, ਆਪਾਂ ਡਾਊਨ ਦਾ ਰੋਡ ਇੱਕ ਵਾਰੀ ਸਾਡਾ ਆਹ ਕੋਰਟ ਵਾਲਾ ਕੰਮ ਮੁੱਕ ਜਵੇ, ਆਪਾਂ ਇਹਦੇ ਤੇ ਪੂਰਾ ਪ੍ਰੋਗਰਾਮ ਕਰਾਂਗੇ 2 ਘੰਟੇ ਦਾ, ਵੀ ਅਸਲੀਅਤ ਹੈ ਕੀ ਆ। ਰਾਜਨੀਤਿਕ ਪ੍ਰੋਮਿਸ ਕਰ। ਤੇ ਜੀ ਸੰਧੂ ਜੀ, ਲਾਈਨ ਨੰਬਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ? ਪਹਿਲਾਂ ਤੁਹਾਡਾ ਥੈਂਕ ਯੂ ਜੀ, ਪੂਰਾ ਨਾਮ ਬੋਲਿਆ ਅੱਜ ਤੁਸੀਂ, ਜੋ ਕੱਟ ਲੈਣੇ ਕਈ ਵਾਰੀ। ਤੇ ਗਿੱਲ ਸਾਹਿਬ ਤੁਹਾਡਾ ਮੈਂ ਬਹੁਤ ਵੱਡਾ ਫੈਨ ਆ, ਉਹਦਾ ਮਨਾ ਗੁੱਸਾ ਕਿਲਾ ਕੱਢ ਲਿਆ, ਉਹ ਗੱਲ ਵੱਖਰੀ ਆ ਤੇ ਉਹ ਭਰਾਵਾਂ ਚ ਹੁੰਦਾ ਹੀ ਆ। ਤੇ ਦੂਜੀ ਗੱਲ ਇਹ ਆ ਵੀ ਇਹ ਟਰੱਕਰ ਰੌਲਾ ਪਾਉਂਦੇ ਆ। ਮੈਂ 2015 ਚ ਟਰੱਕਿੰਗ ਸਟਾਰਟ ਕੀਤੀ ਸੀ, ਫਿਰ ਮੈਂ ਟਰਾਂਟੋ ਨੂੰ ਚਲਾਇਆ। ਅੱਛਾ ਜੀ। ਤੇ ਮੈਂ ਮੁੜ ਕੇ ਹੁਣ ਇੱਥੋਂ ਦੂਜੇ ਦਿਨ ਸਮੋਸੇ ਸਰੀ ਖਾਨਾ। ਪੈਸੇ ਜਿੰਨੇ ਇਹ ਬਣਾਉਂਦੇ ਨਾ, ਜਿਹਨੇ ਇਹ ਜਿੱਦਾਂ ਨਾ, ਉਹ ਮੈਂ ਮਾਰੀ ਢੇੜ ਉਹ ਕਾਸਟ ਦਾ ਨਾਂ ਨਹੀਂ ਲੈਣਾ ਚਾਹੁੰਦਾ, ਰਾਈਟ? ਇਹਨਾਂ ਦਾ ਉਹ ਰੌਲਾ ਆ, ਪੈਸੇ ਆਪੇ ਘਟਾ ਕੇ ਇਹਨਾਂ ਨੇ ਪੰਗੇ ਪਾਏ ਹੋ, ਤੇ ਪੰਜਾਬੀ ਨੂੰ ਖਾ ਰਿਹਾ, ਦੂਜਾ ਨਹੀਂ ਕੋਈ ਖਾ ਰਿਹਾ। ਯਾਰੋ ਹੋਰ ਚੀਨੀਆਂ ਦੀਆਂ ਕੰਪਨੀਆਂ ਆ ਜਿਹੜੇ ਉਹ ਕੰਟੇਨਰ ਮੂਵਿੰਗ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ, ਉਹ ਮਿਹਨਤਾਂ ਕਰਨ ਸਾਡੀਆਂ, ਬਾਹਰ ਬਹੁਤ ਕੰਮ ਆ। ਹੋਰ ਇਹ ਬੰਦਿਆਂ ਦਾ ਰੋਣਾ ਮੈਨੂੰ ਲੱਗਦਾ ਵੀ 10 ਸਾਲ ਹੋ ਗਏ ਮੈਨੂੰ ਸੁਣਦੇ ਨੂੰ। ਇਹ ਬੰਦੇ ਜਾਂ ਤਾਂ ਛੱਪੜ ਦੇ ਨਹੀਂ, ਛੱਪੜ ਤਾਂ ਬਹੁਤ ਵੱਡਾ ਹੈ, ਖੂਹ ਦੇ ਡੱਡੂ ਆ। ਚਾਹੇ ਤੁਸੀਂ ਤੇਜ਼ ਬੋਲਦਾ ਹੁੰਦਾ ਨਹੀਂ ਤੇ ਜੀ, ਇਹ ਮੈਨੂੰ ਐ ਦੱਸੋ ਫਿਰ ਜੇ ਮੁਸ਼ਕਲ ਹੈ ਨਹੀਂ, ਫਿਰ ਕਾਹਨੂੰ ਕਹਿੰਦੇ ਨੇ? ਉਹ ਮੁਸ਼ਕਲ ਕਰਕੇ ਹੀ ਕਹਿ ਰਹੇ ਆ ਨਾ। ਮੁਸ਼ਕਲ ਤਾਂ ਹੀ ਆ ਵੀ ਸਾਡੇ ਬੰਦੇ ਸਾਨੂੰ ਖਾ ਰਹੇ ਆ। ਇਹ ਕਹਿੰਦੇ ਵੀ ਅਸੀਂ ਨਹੀਂ ਚਲਾਉਣਾ, ਅਸੀਂ ਬਾਹਰ ਕੰਪਨੀਆਂ ਚੀਨੀਆਂ ਦੀ ਹੈਗੀਆਂ, ਗੋਰਿਆਂ ਦੀਆਂ ਹੈਗੀਆਂ, ਹੋਰ ਕੰਪਨੀਆਂ ਜਿਹੜੇ ਕੰਟੇਨਰ ਮੂਵਿੰਗ ਨਹੀਂ ਕਰਦੇ, ਹੋਰ ਕੰਮ ਕਰਦੇ, ਉੱਥੇ ਚੱਲ ਜਾਣੇ। ਉੱਥੇ ਕੰਮ ਹੈਗਾ, ਫਿਰ ਉਹ ਮਿਹਨਤਾਂ ਕਰਨ ਵੀ ਸਾਨੂੰ ਵੀ ਬੰਦੇ ਚਾਹੀਦੇ ਆ। ਹੋਰ ਇਹ ਉੱਥੇ ਜਿੰਨੇ ਪੈਸੇ ਬਣਾਉਂਦੇ ਆ, ਕਈ ਵਾਰੀ 15 ਦਿਨ, ਕਈ ਮੈਂ ਸੁਣਦਾ ਰੇਡੀਓ ਤੁਹਾਡੇ ਡਾਕਟਰ ਤੇ 15 ਦਿਨ ਵਿਹਲੇ ਆ, ਜਾਂ ਕਈ ਵਾਰੀ 10 ਦਿਨ ਵਿਹਲੇ ਆ, ਵੀ ਘਰ ਦੀ ਗ੍ਰੋਸਰੀ ਨਹੀਂ ਚੱਲਦੀ। ਬਾਹਰ ਕੰਮ ਹੈਗਾ ਆ, ਆਪਾਂ ਖਾਤੇ ਨਹੀਂ ਲੱਭਦੇ, ਕਿਉਂਕਿ ਸਾਡੇ ਚ ਆ, ਆਪਾਂ ਲੱਭਦੇ ਬਗਾਨਿਆਂ ਚ ਆ। ਇੱਕ ਮੈਂ ਡਰਾਈਵਰ ਤੇ ਗੱਲ ਕਰਨੀ, 88 ਚ ਤਾਂ ਕਿੰਗ ਜੋਰ ਤੇ ਨਹੀਂ ਖੜਦੇ। ਮੈਂ 11 ਸਾਲ ਕੰਸਟਰਕਸ਼ਨ ਚਲਾਏ ਆ। ਕਿੰਨੇ ਪੈਸੇ ਮੰਗਦੇ ਹੁੰਦੇ ਸੀਗੇ ਉਹਨਾਂ ਨੂੰ, ਮੈਂ 2000 ਵੱਧ ਦਿੰਦਾ ਹੁੰਦਾ ਸੀਗਾ।
ਫਿਰ ਵੀ ਮੇਰੇ ਘਰ ਤੇ ਨਹੀਂ ਆਉਂਦੇ ਸੀ, ਹੋਰ ਲੋਕਾਂ ਦੇ ਘਰਾਂ ਤੇ ਚੱਲ ਜਾਂਦੇ ਸੀ। ਇਹ ਬੈਡ ਬੈਕਟੀਰੀਆ ਲੋਕ ਆ, ਇਹਨਾਂ ਨੂੰ ਆਪਣੇ ਕੰਮ ਤੇ ਕੌਨਫੀਡੈਂਸ ਨਹੀਂ ਹੈਗਾ। ਮੈਂ 12 ਸਾਲ ਦਾ ਟ੍ਰੇਨਿੰਗ ਕੀਤੀ, 2-3 ਸਾਲ ਜਨਰਲ ਅਕਾਊਂਟੈਂਟ ਕੀਤੀ 3 ਮਿਲੀਅਨ ਦੀ। ਇਹਨੂੰ ਕਦੀ ਕੰਮ ਦੀ ਛੋਟ ਨਹੀਂ ਪਈ। ਮੈਂ ਓਨੈਸਟ ਕੰਮ ਕਰਦਾ ਸੀ। ਉਹਨਾਂ ਨੇ ਇੱਕ ਕੰਧ ਪਟਾ ਲਈ, ਮੈਂ ਕਹਿੰਦਾ ਕੋਈ ਚੱਕਰ ਨਹੀਂ, 2 ਪਟਾ ਲਓ। ਮੇਰੇ EMPLOYE ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਉਹ ਤੂੰ ਤੇਰੇ 4 ਘੰਟੇ ਲੱਗੇ। ਮੈਂ ਕਿਹਾ ਭੈਣ ਚੋ ਦਿਨਿਓ, ਮੈਂ ਨਵੀਂ ਗੱਲ ਬਣਾਈ ਆ। ਭੈਣ ਦਾ ਦੀਨਾ ਹੁੰਦਾ ਵੀ ਹਰੇਕ ਦਾ ਭੈਣ ਭਰਾ ਉਹ ਬਹੁਤ ਚੰਗਾ ਹੁੰਦਾ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਮੈਂ ਤੁਹਾਨੂੰ ਘੰਟੇ ਦੇ ਪੈਸੇ ਦੇਣੇ, ਤੁਹਾਨੂੰ ਕੀ ਤਕਲੀਫ ਆ, ਮੈਂ ਮੋਹਰੋਂ ਲੈ ਲੈਣੇ ਆ। ਔਰ ਮੇਰੇ ਬਿਨਾਂ ਮੰਗੇ ਤੋਂ ਮੈਨੂੰ ਦਿੰਦੇ ਹੁੰਦੇ ਸੀ। ਓਨੈਸਟੀ ਹੈ ਨਹੀਂ। ਹੁਣ ਡਰਾਈਵਰ ਦਾ ਰੌਲਾ ਤਾਂ ਹੈਗਾ ਆਪਣੇ ਜਨਰਲ ਕੰਟਰੈਕਟ ਦਾ, ਗੌਰਮੈਂਟ ਦਾ ਉੱਥੇ ਕੋਈ ਰੌਲਾ ਨਹੀਂ ਹੈਗਾ। ਖੜੇ ਆ ਕਿੰਗ ਜੋਰਜ ਤੇ, ਵੈਸੇ ਤੁਸੀਂ ਆਪਸ ਵਿੱਚ ਸਲਾਹ ਨਹੀਂ ਕਰ ਸਕਦੇ। 200 ਕੰਪਨੀ ਹੋਊਗੀ ਵੱਧ ਤੋਂ ਵੱਧ। ਤੁਸੀਂ ਆਪਣਾ ਨਿਸ਼ਚਿਤ ਕਰ ਲਵੇ 50% ਤੋਂ ਘੱਟ ਕੋਈ ਨਹੀਂ ਜਾਵੇ। ਅਰਦਾਸ ਕਰੋ ਗੁਰਦੁਆਰੇ ਵਿੱਚ, ਜੇ ਮੈਂ ਜਾਊਂਗਾ। ਦੇਖੋ ਦੋ ਤਰੀਕਿਆਂ ਨਾਲ ਕੰਮ ਚੱਲਦਾ, ਇੱਕ ਧਾਰਮਿਕ ਤੇ ਇੱਕ ਕਾਨੂੰਨੀ। ਇੱਕ ਮਿੰਟ ਤੇ ਜੀ ਹੋਲਡ ਕਰਿਓ ਤੇ ਜੀ। ਹਾਂਜੀ ਪੂਰੀ ਕਰੋ ਗੱਲ ਤੇ ਜੀ। ਜੀ ਭਾਈ ਜਿਹੜੇ 88 ਤੇ 100 ਕਿੰਗ ਜੋਰਜ ਤੇ ਖੜਦੇ ਆ, ਇਹ ਖੜਦੇ ਇਸ ਤਰ੍ਹਾਂ ਵੀ ਜਿੱਦਾਂ ਵੀ ਇੰਡੀਆ ਧਰਨੇ ਕਰਨੇ ਆ। ਧਰਨੇ ਕਾਹਤੇ ਕਰੀਏ? ਪ੍ਰਾਈਸ ਤਾਂ ਅਸੀਂ ਸੈੱਟ ਕਰਨੀ ਆ। ਪ੍ਰਾਈਵੇਟ ਕੰਪਨੀਆਂ ਅਸੀਂ ਬਦਨਾਮ ਕਰਦੇ ਆ ਕੈਨੇਡਾ ਨੂੰ ਤੇ ਸਰੀ ਨੂੰ। ਸਾਨੂੰ ਪ੍ਰਾਈਸ ਸਾਡੀ ਸੈੱਟ ਕਰਨੀ। 200 ਕੰਪਨੀ ਹੋ ਸਕਦੀ ਹੈ, 500 ਕੰਪਨੀ ਹੋ ਸਕਦੀ ਹੈ ਡਰਾਈਵਰ ਦੀ। ਪਹਿਲੀ ਗੱਲ ਤਾਂ ਬੋਰਡਿੰਗ ਦੀ ਇੰਨੀ ਕੰਪਨੀ ਹੁੰਦੀ ਨਹੀਂ। ਬੋਰਡਿੰਗ ਵਾਲਾ ਦਾ ਮਤਲਬ ਹੁੰਦਾ ਵੀ ਚੇਪ ਦੇਣਾ ਸਮਾਨ, ਉਹ ਭਾਰਾ ਕੰਮ ਉਹ ਕਰਦੇ ਆ, ਪੈਸੇ ਬਣਾਉਂਦੇ ਉਹ ਆ ਜਿਨ੍ਹਾਂ ਨੇ ਹੱਥ ਵੀ ਨਹੀਂ ਲਾਉਣਾ ਜਾ ਕੇ। ਉਹਨਾਂ ਨੇ ਮਾੜਾ ਮੋਟਾ ਪੈਕ ਪੂਜੀ ਜਾ ਕਰਨਾ। ਪਰ ਸਾਨੂੰ ਜਦੋਂ ਪਤਾ ਹੋਵੇ ਅਸੀਂ ਇੰਨੀਆਂ ਸ਼ਿੱਟਾਂ ਲਾਉਣੀਆਂ, ਸਾਡੀ ਇੰਨੀ ਦਿਹਾੜੀ ਨਹੀਂ ਪੈਂਦੀ, ਅਸੀਂ ਕਾਹਤੇ ਕੰਮ ਕਰਦੇ ਆ? ਜੇ 500 ਕੰਪਨੀਆਂ 200 ਕੰਪਨੀਆਂ ਜੇ ਅਸੀਂ ਆਪਸ ਵਿੱਚ ਸਮਝੌਤਾ ਨਹੀਂ ਕਰਦੇ ਤੇ ਇੱਕ ਬੈਂਕਟ ਹਾਲ ਹਾਇਰ ਕਰੋ, ਉੱਥੇ ਜਾ ਕੇ ਬੈਠੋ, ਨਾਲੇ ਗਲਾਸੀ ਲਾਓ, ਚਾਹੇ ਕੋਕ ਪੀਓ, ਵੈਜੀ ਬੰਦੇ ਨੂੰ ਜੂਸ ਪਿਲਾ ਦਿਓ, ਉੱਥੇ ਬੈਠ ਕੇ ਸਮਝੌਤਾ ਕਰ ਲਓ। ਇਹ ਤੋਂ ਕੋਲ ਘੱਟ ਕਰੂਗਾ। ਨਾਲੇ 2 ਤਰੀਕੇ ਨਾਲ ਕੰਮ ਚੱਲਦਾ। ਇੱਕ ਤਾਂ ਕਾਨੂੰਨੀ, ਜਿਹੜਾ ਗੋਰਿਆਂ ਨੇ ਬਣਾਇਆ। ਗੋਰਿਆਂ ਨੇ ਕਾਨੂੰਨ ਤਾਂ ਬਣਾਇਆ ਵੀ ਧਾਰਮਿਕ ਬੰਦੇ ਦਾ ਸੌਂਦ ਨਹੀਂ ਕੱਢ ਸਕਦੇ, ਇਹਨਾਂ ਤੋਂ ਦੂਜੀ ਤਰ੍ਹਾਂ ਨਾਲ ਟੈਕਸ ਲੈਣਾ। ਤੇ ਮੈਂ ਕਹਿੰਦਾ ਦੋਨੇ ਪੈਰਲਲ ਚਲਾਓ, ਧਾਰਮਿਕ ਤੇ ਕਾਨੂੰਨ। ਇਹਨਾਂ ਦੀ ਅਰਦਾਸ ਕਰਾਓ ਗੁਰਦੁਆਰੇ ਲਿਜਾ ਕੇ, ਜਰਨੈਲ ਸਿੰਘ ਵਾਲੀ। ਹੁਣ ਜਰਨੈਲ ਸਿੰਘ ਦਾ ਅਰਦਾਸ ਕਰਾ ਕੇ ਮਰਾਤਾ, ਪਰ ਜੇ ਇੱਥੇ ਵੀ ਗਦਾਰ ਬੈਠੇ ਆ ਤਾਂ ਫਿਰ ਇੱਥੇ ਵੀ ਉਹ ਕੰਮ ਹੋ ਸਕਦਾ। ਮੈਂ ਇਹੀ ਕਹਿਣਾ ਵੀ ਇਹ ਬੰਦੇ ਕਿਸੇ ਗੁਰਦੁਆਰੇ ਬੈਠ ਕੇ ਜਾਂ ਕਿਸੇ ਮੰਦਿਰ ਬੈਠ ਕੇ, ਜਿਹੜੇ ਵੀ ਧਰਮ ਨੂੰ ਮੰਨਦੇ ਆ ਇਹ ਬੰਦੇ, ਜਾਂ 3-4 ਥਾਂ ਤੇ ਬਾਰ-ਬਾਰ ਮੀਟਿੰਗ ਕਰਕੇ ਕਹਿੰਦੇ ਵੀ 25 ਸੈਂਟ ਦਾ ਰੌਲਾ ਪਾਵਾਂਗੇ, 50 ਸੈਂਟ ਤੋਂ ਘੱਟ ਆਪਾਂ ਕੰਮ ਨਹੀਂ ਕਰਨਾ। ਬਿਲਡਰ ਦੇਣ ਨੂੰ ਤੇ ਰੈਡੀ ਆ, ਬਿਲਡਰ ਨੂੰ ਮੋਹਰਿਓਂ ਮਿਲ ਜਾਣੇ ਆ। ਅਸੀਂ ਖੜੇ ਆ ਸਰੀ ਨੂੰ ਬਦਨਾਮ ਕਰਨ ਨੂੰ, ਆਪਣੇ ਕੈਨੇਡਾ ਨੂੰ ਬਦਨਾਮ ਕਰਨ ਨੂੰ। ਕਸੂਰ ਸਾਡੇ 'ਚ ਆ, ਅਸੀਂ ਲੱਭਦੇ ਬਗਾਨਿਆਂ 'ਚ। ਤੇ ਮੇਰੇ ਹਿਸਾਬ ਨਾਲ ਇੰਨਾ ਕੁ ਗੁੱਸਾ ਕੱਢਦਾ, ਕੱਲ ਨੂੰ ਫੇਰ ਫੋਨ ਕਰੂਗਾ ਜੀ। ਗਗਨ ਸਿੰਘ ਜੀ ਲਾਈਨ ਨੰਬਰ 3 ਤੇਜੀ ਸਰ ਬਈ ਰੇੜਕਾ ਆਪਣੇ ਬੰਦਿਆਂ ਦਾ ਪਾਇਆ ਹੋਇਆ, ਅਸੀਂ ਕੀਮਤਾਂ ਪ੍ਰਾਈਸਾਂ ਘਟਾਤੀਆਂ, ਗਵਰਨਮੈਂਟ ਕੀ ਕਰੇ? ਤੁਸੀਂ ਸੁਣੀ ਹੋਣੀ। ਨਹੀਂ ਗੱਲ ਸਾਹਿਬ ਬਿਲਕੁਲ ਸੰਧੂ ਨੂੰ ਪਤਾ। ਬੇਸਿਕਲੀ ਤੇਜੀ ਸੰਧੂ ਇਹ ਗੱਲ ਕਹਿ ਰਿਹਾ ਸੀ, ਕਹਿੰਦਾ ਵੀ ਅਸੀਂ ਰੇਟ ਕੱਟ ਕਰ ਪੰਜਾਬੀਆਂ ਨੇ ਆਪਣਾ ਸੱਤਿਆਨਾਸ਼ ਕੀਤਾ। ਉਹ ਗੱਲ ਆਪਣੀ ਵੀ ਕਰ ਰਹੇ ਸੀ ਟਰੱਕਿੰਗ ਦੀ, ਤੇ ਜਿਹੜੇ ਡਰਾਈਵ ਵਾਲਰ ਮੁੰਡੇ ਨੇ ਮੁਜ਼ਾਹਰਾ ਕਰ ਰਹੇ ਨੇ ਉਹਨਾਂ ਲਈ ਵੀ ਕੀਮਤਾਂ ਵੀ ਘਟਾਤੀਆਂ ਆਪੇ। ਪੰਜਾਬੀ ਨੂੰ ਮਾਰ ਰਿਹਾ। ਐਨੀਵੇਜ਼ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਤੇ ਉਹਦਾ ਜਵਾਬ ਦੇਣਾ ਤਾਂ ਦੇ ਸਕਦੇ। ਗਿੱਲ ਸਾਹਿਬ ਦੇਖੋ, ਸਾਡਾ ਕੋਈ ਰੇਟ ਦਾ ਇਸ਼ੂ ਨਹੀਂਗਾ। ਜਿਹੜਾ ਉਹ ਕੱਟ ਦੀ ਗੱਲ ਕਰ 2014 ਦੇ ਵਿੱਚ ਇਸੇ ਢੰਗ ਦੇ ਨਾਲ ਅਸੀਂ ਕੰਮ ਕਰਨਾ ਬੰਦ ਕਰਕੇ ਸਟ੍ਰਾਈਕ ਚੱਲੀ 2 ਮਹੀਨੇ। ਸਟ੍ਰਾਈਕ ਤੜਵਾਉਣ ਦੇ ਲਈ ਫੈਡਰਲ ਸਰਕਾਰ ਆਈ, ਪ੍ਰੋਵਿੰਸ ਦੀ ਸਰਕਾਰ ਆਈ, ਉਹਨਾਂ ਨੇ ਸਮਝੌਤਾ ਕੀਤਾ। ਹੁਣ ਜੇ ਸਮਝੌਤਾ ਸਰਕਾਰ ਲਾਗੂ ਨਹੀਂ ਕਰਦੀ, ਇਹਦੇ ਵਿੱਚ ਗੋਰਿਆਂ ਦਾ ਜਾਂ ਕਾਲਿਆਂ ਦਾ ਆਪਾਂ ਨਾਂ ਲੈ ਕੇ ਨਹੀਂ ਕਹਿ ਸਕਦੇ। ਸਰਕਾਰ ਹੀ ਆ, ਚਾਹੇ ਉਹ ਗੋਰਿਆਂ ਦੀ ਚਾਹੇ ਕਾਲਿਆਂ ਦੀ। ਹਾਂਜੀ, ਇਹ ਚੀਜ਼ ਜ਼ਰੂਰ ਆ ਵੀ ਜਿਹੜੇ ਤੁਹਾਨੂੰ ਰਿਪਰੈਜ਼ੈਂਟੇਟਿਵ, ਜਿਹੜੇ ਤੁਹਾਨੂੰ ਰੀਪ੍ਰੈਜ਼ੈਂਟ ਕਰਦੇ ਆ, ਚਾਹੇ ਉਹ ਆਟਵਾ 'ਚ ਆ ਚਾਹੇ ਉਹ ਵਿਕਟੋਰੀਆ ਦੇ ਵਿੱਚ ਆ,
ਗੱਲ ਉਹਨਾਂ ਦੇ ਦਫ਼ਤਰ ਬਾਹਰ ਜਾ ਕੇ ਖੜਨ ਦੀ ਇਸ ਗੱਲੋਂ ਨਹੀਂ ਵੀ ਕੋਈ ਅਸੀਂ ਖੈਰਾਤ ਮੰਗ ਰਹੇ ਹਾਂ, ਅਸੀਂ ਆਪਣੇ ਹੱਕ ਮੰਗ ਰਹੇ ਹਾਂ। ਜੋ ਵਿਕਟੋਰੀਆ ਦੇ ਵਿੱਚ ਸਾਈਨ ਹੋਇਆ ਉਹਦੇ ਵਿੱਚ ਫੈਡਰਲ ਮਿਨਿਸਟਰ ਵੀ ਹਾਜ਼ਰ ਸੀ, BC ਸੂਬੇ ਦੀ ਪ੍ਰੀਮੀਅਰ ਵੀ ਹਾਜ਼ਰ ਸੀ। ਉਹਦੇ ਵਿੱਚ ਜੋ ਸਾਈਨ ਹੋਇਆ, ਮੰਨ ਲਓ ਹੁਣ ਸਿੰਪਲੀ ਗੱਲ ਕਹੀਏ ਵੀ ਆਫ ਡਾਕ ਦੀ ਤਰੀਕ ਮਿੱਥੀ ਗਈ ਬਈ 15 ਜੂਨ 2014 ਤੋਂ ਆਹ ਕਾਨੂੰਨ ਲਾਗੂ ਹੋਣਾ ਚਾਹੀਦਾ, ਪਰ ਜੇ 15 ਜੂਨ 2021 ਤੱਕ ਨਹੀਂ ਲਾਗੂ ਹੋਇਆ ਤੇ ਉਹ ਤੇਜੀ ਸੰਧੂ ਸਾਹਿਬ ਦੱਸ ਸਕਦੇ ਆ ਵੀ ਕਿਹੜੇ ਕੜਾਹੇ 'ਚ ਫਿਰ ਉਹ ਰਾਜਨੀਤਿਕਾਂ ਨੂੰ ਸਿੱਟਿਆ ਜਾਵੇ। ਸੋ ਗੱਲ ਇਹ ਨਹੀਂ ਸਿਰਫ ਕਾਨੂੰਨੀ ਪੱਖ ਬਕਾਇਦਾ ਚੱਲ ਰਿਹਾ ਆ, ਪਰ ਨਾਲ ਦੀ ਨਾਲ ਜਿਹੜਾ ਇਹ ਵੀ ਪੱਖ ਜ਼ਰੂਰ ਚੱਲ ਰਿਹਾ ਵੀ ਸਾਡੇ ਰਾਜਨੀਤਿਕ ਕੀ ਕਰਦੇ ਆ। ਰਾਜਨੀਤਿਕਾਂ ਨੂੰ ਸਿਰਫ ਅਕਾਊਂਟੇਬਲ ਬਣਾਉਣ ਦੀ ਗੱਲ ਆ। ਅੱਜ ਅਸੀਂ ਕਿਉਂ ਇੱਥੇ ਬੈਠੇ ਆ? ਕਿਉਂਕਿ ਅਸੀਂ ਪਿਛਲੇ ਸਿਸਟਮ ਤੋਂ ਸਤਾਏ ਹੋਏ ਬੈਠੇ ਆ। ਇਹਨਾਂ ਦਾ ਕਿਸੇ ਦਾ ਦਿਲ ਨਹੀਂ ਕਰਦਾ ਵੀ ਉਹ ਆਪਣਾ ਘਰ-ਬਾਰ ਬਣਿਆ ਬਣਾਇਆ ਘਰ-ਬਾਰ ਛੱਡ ਕੇ ਉੱਥੋਂ ਸਾਰਾ ਕੁਝ ਛੱਡ ਕੇ ਇੱਕ ਟੈਚੀ ਲੈ ਕੇ ਅਸੀਂ ਇੱਥੇ ਆਈਏ। ਪਰ ਇੱਥੇ ਵੀ ਜੇ ਅਸੀਂ ਫਾਈਟ ਕਰ ਰਹੇ ਹਾਂ, ਇਹ ਕੋਈ ਰਾਜਨੀਤੀ ਦੀ ਜਾਂ ਕੋਈ ਪੈਸੇ ਦੀ ਗੱਲ ਨਹੀਂ, ਗੱਲ ਸਿਰਫ ਹੱਕਾਂ ਦੀ ਆ ਵੀ ਕੀ ਸਾਡੇ ਹੱਕ ਸਾਨੂੰ ਮਿਲ ਰਿਹਾ। ਜਿਸ ਢੰਗ ਦੇ ਨਾਲ ਜੋ ਪਿੱਛੇ ਹੋ ਰਿਹਾ, ਮੰਨ ਲਓ ਜਿਵੇਂ ਸਿੰਪਲ ਇਹਨਾਂ ਨੇ ਗੱਲ ਅਰਦਾਸ ਦੀ ਵੀ ਕੀਤੀ, ਮੈਂ ਇਹਨਾਂ ਨੂੰ ਕੋਈ ਸੰਬੋਧਨ ਨਹੀਂ ਹੋਣਾ ਚਾਹੁੰਦਾ, ਪਰ ਹਾਂ ਸਿੰਪਲੀ ਜੇ ਅੱਜ ਇਸ ਵਿਸ਼ੇ ਤੇ ਰਹੀਏ ਤੇ ਗਿੱਲ ਸਾਹਿਬ ਜ਼ਰੂਰ ਇਹ ਗੱਲ ਸਾਹਮਣੇ ਆਉਂਦੀ ਆ ਬਈ ਰਾਜਨੀਤਿਕ ਕਿਉਂ ਨਹੀਂ ਅਕਾਊਂਟੇਬਲ ਹੋ ਰਿਹਾ। ਜਦੋਂ ਸਾਰਿਆਂ ਨੂੰ ਪਤਾ ਆ ਵੀ ਸਰੀ ਜਦੋਂ ਵੀ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦੀ ਆ, ਸਰੀ ਬੈਟਲ ਗਰਾਊਂਡ ਹੁੰਦਾ। ਪਿਛਲੀਆਂ ਵੋਟਾਂ 'ਚ ਆਪਾਂ ਦੇਖਿਆ ਪਿਛਲੀ ਇਲੈਕਸ਼ਨ ਦੇ ਵਿੱਚ ਕਿ ਸਰੀ ਪੁਲਿਸ ਜਿਹੜਾ ਕਿ ਇੱਕ ਮਿਊਨਿਸਪਲ ਪੁਲਿਸ ਦਾ ਇਸ਼ੂ ਸੀ, ਉਹਦੇ ਬਾਰੇ ਸਾਰੀ ਇਲੈਕਸ਼ਨ ਕਦੇ ਇੱਧਰੋਂ ਆਹ ਗੱਲ ਹੋ ਗਈ, ਇੱਧਰੋਂ ਆਹ ਹੋ ਗਈ। ਫਿਰ ਤੁਸੀਂ ਦੇਖੋ ਵੀ ਸਰੀ ਹੀ ਸੀਗਾ ਜਿਹਨੇ 2017 ਦੇ ਵਿੱਚ 16 ਸਾਲ ਆਪੋਜੀਸ਼ਨ 'ਚ ਬੈਠੀ NDP ਨੂੰ ਰਾਜ ਸੰਭਾਲਿਆ ਸੀਗਾ। ਅਗੇਨ ਜਿਨ੍ਹਾਂ ਨੂੰ ਨਹੀਂ ਪਤਾ ਉਹ ਪਲੀਜ਼ ਮੈਂ ਇਹੀ ਦੁਬਾਰਾ ਬੇਨਤੀ ਕਰਦਾ ਵੀ ਜੋ ਸਮਝੌਤਾ 2014 ਦਾ ਹੋਇਆ ਉਹਨੂੰ ਲਾਗੂ ਕਰਨ ਦੀ ਗੱਲ ਆ। ਜੋ ਇਲੀਗਲ ਕੰਮ ਇੱਥੇ ਕੈਨੇਡਾ ਦੇ ਵਿੱਚ ਚੱਲ ਰਿਹਾ ਆ ਉਹਨਾਂ ਨੂੰ ਖਤਮ ਕਰਨ ਦੀ ਗੱਲ ਆ। ਜਿਹੜਾ ਰੁਕਣ ਦੀ ਗੱਲ ਆ, ਅਸੀਂ ਰੁਕੇ ਸੀ 2014 ਦੇ ਵਿੱਚ, ਪੂਰੀ ਸਟ੍ਰਾਈਕ ਚੱਲੀ, ਪਰ ਉਹ ਸਟ੍ਰਾਈਕ ਤੋਂ ਬਾਅਦ ਹੁਣ ਜੇ ਸਮਝੌਤਾ ਨਹੀਂ ਲਾਗੂ ਹੁੰਦਾ ਉਸੇ ਕਰਕੇ ਅਸੀਂ ਲੜਾਈ ਲੜ ਰਹੇ ਹਾਂ। ਜੀ ਗਿੱਲ ਸਾਹਿਬ ਧੰਨਵਾਦ ਜੀ, ਸ਼ੁਭ ਸ਼ਾਬਾ। ਤੇ ਜਦ ਵੀ ਜੀ ਕਰੇ ਕੋਈ ਸੁਨੇਹਾ ਦੇਣਾ, ਹਰ ਵਕਤ ਮੰਚ ਤੁਹਾਡੇ ਲਈ ਖੁੱਲਾ, ਜਦ ਮਰਜੀ ਆ ਸਕਦੇ। ਧੰਨਵਾਦ, ਸ਼ੁਕਰੀਆ ਗਿੱਲ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕੰਦ ਸਿੰਘ ਬਾਗੜੀ ਜੀ, ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਛੋਟੇ ਭਾਈ। ਸਤਿ ਸ੍ਰੀ ਅਕਾਲ ਬਾਈ ਜੀ। ਗੱਲ ਇਹ ਸੀਗੀ ਕਿ ਜਿਹੜੇ ਮੇਨ ਮੁੱਦੇ ਸੀਗੇ ਨਾ, ਚਲੋ ਪ੍ਰਾਈਸਾਂ ਵਾਲੇ ਹੋ ਗਏ ਜਾਂ ਆਪਣਿਆਂ ਨੂੰ ਆਪਣੇ ਖਾਂਦੇ ਆ, ਪ੍ਰਾਈਸਾਂ ਘੱਟ ਕਰਦੇ, ਟੋਟਲੀ A to Z ਕੰਮਾਂ ਚੋਂ ਗੱਲ ਰਹਿ ਗਈ ਬਾਅਦ ਦੀ। ਪਹਿਲਾ ਜਿਹੜਾ ਰੌਲਾ ਸੀ ਉੱਤੇ ਕੋਈ ਗੱਲ ਨਹੀਂ ਹੋ ਰਹੀ। ਪਹਿਲਾ ਰੌਲਾ ਸੀਗਾ ਬਾਈ ਜੀ ਪੋਰਟ ਤੇ ਜਿਹੜੇ ਟਰੱਕ ਚੱਲਦੇ ਆ ਉਹਨਾਂ ਦੀ ਏਜ ਦਾ, ਵੀ ਉਹ ਟਰੱਕ ਬੁੱਢੇ ਕਾਹਤੋਂ ਹੋ ਰਹੇ ਆ। ਇਹ ਕਹਿੰਦੇ ਬੁੱਢੇ ਹੋ ਰਹੇ ਆ, ਠੀਕ ਆ, ਉਹ ਇਕੱਲੇ ਪੋਰਟ ਵਾਲੇ ਕਾਹਤੋਂ ਹੋ ਰਹੇ ਆ, ਬਾਕੀ ਕਿਉਂ ਨਹੀਂ। BC ਜਿੰਨੀ ਵੀ ਆਪਣੀ ਪ੍ਰੋਵਿੰਸ ਹੈਗੀ ਆ, BC ਦੇ ਬਾਕੀ ਟਰੱਕ ਜਿਹੜੇ ਡੰਪ ਆ ਜਾਂ ਹਾਈਵੇ ਵਾਲੇ ਜਾਂ ਲੋਕਲ ਕੋਈ ਵੀ ਕੰਮ ਕਰਦੇ, ਉਹ ਬਾਈ ਜੀ ਟਰੱਕ ਕਾਹਤੋਂ ਨਹੀਂ ਨਿਕਲ ਰਹੇ। ਜੇ ਲਾ ਹੀ ਬਣਾਉਣਾ ਸਾਰੀ ਸਟੇਟ ਦਾ ਬਣਾਓ, ਵੀ ਸਾਰੀ ਸਟੇਟ ਦੇ ਵਿੱਚੋਂ ਨਿਕਲਣੇ ਚਾਹੀਦੇ ਜਿੱਦਾਂ ਕੈਲੀਫੋਰਨੀਆ ਨੇ ਕੀਤਾ। ਦੂਜੇ ਨੰਬਰ ਤੇ ਬਾਈ ਜੀ ਕੰਮ ਰਹਿ ਗਿਆ ਭੱਠੀਆਂ ਵਾਲਾ, ਜਿਹੜਾ ਡਿਫ ਦਾ ਸਿਸਟਮ ਆ, ਭੱਠੀ ਦਾ ਸਿਸਟਮ ਆ, ਉਹ ਕੱਲਾ ਪੋਰਟ ਵਾਲੇ ਟਰੱਕਾਂ ਨੂੰ ਕਿਉਂ ਕਹਿੰਦੇ ਆ ਵੀ ਰਿਕਮੈਂਡ ਕਰਨਾ ਚਾਹੀਦਾ ਵੀ ਪੋਰਟ ਵਾਲਿਆਂ ਦੇ ਸਾਰੇ ਲਾਗੂ ਕਾਨੂੰਨ ਹੋਣੇ ਆ, ਕਾਹਤੋਂ ਹੋਣੇ ਆ। ਤੇ ਉਹਨਾਂ ਵਾਸਤੇ ਕੋਈ ਸਪੈਸ਼ਲ ਰੋਡਾਂ ਆ ਬਾਈ ਜੀ, ਜਿਹੜੇ ਪੋਰਟਾਂ ਦੇ ਅਸੀਂ ਕੰਟੇਨਰ ਢੋਣੇ ਆ, ਕੋਈ ਸਾਡੀਆਂ ਕੋਈ ਸਪੈਸ਼ਲ ਰੋਡਾਂ ਬਣਾਈਆਂ ਆ ਸਰਕਾਰ ਨੇ ਜਾਂ ਪੋਰਟ ਵਾਲਿਆਂ ਨੇ ਸਾਡੇ ਵਾਸਤੇ ਵੀ ਹਾਂਜੀ ਤੁਸੀਂ ਧੂਏ ਦਾ ਪੂਰਾ ਖਿਆਲ ਰੱਖਣਾ ਹੈ, ਤੁਹਾਡੇ ਜਿਹੜਾ ਸਿਸਟਮ ਚੱਲਣਾ ਚਾਹੀਦਾ ਜਾਂ ਨਹੀਂ ਚੱਲਣਾ ਚਾਹੀਦਾ, ਤੁਹਾਡੇ ਵਾਸਤੇ ਵੱਖਰੀਆਂ ਰੋਡਾਂ, ਵੱਖਰੀ ਤੁਹਾਡੇ ਵਾਸਤੇ ਟਨਲਾਂ ਬਣਾਈਆਂ ਵੀ ਦੂਜੀ ਟ੍ਰੈਫਿਕ ਦੇ ਨਾਲ ਤੁਹਾਡਾ ਕਨੈਕਟ ਨਹੀਂ ਹੁੰਦਾ। ਜਿੱਥੇ ਬਾਈ ਜੀ ਦੂਜੇ ਟਰੱਕ ਚੱਲਦੇ ਆ, ਦੂਜੀ ਟ੍ਰੈਫਿਕ ਚੱਲਦੀ, ਉੱਥੇ ਸਾਡੇ ਵੀ ਟਰੱਕ ਚੱਲਦੇ ਆ। ਕੋਈ ਸਪੈਸ਼ਲ ਰੋਡ ਤਾਂ ਬਣਾਈ ਨਹੀਂ ਇਹਨਾਂ ਨੇ ਸਾਡੇ ਵਾਸਤੇ, ਕੋਈ ਸਹੂਲਤ ਦਿੱਤੀ ਨਹੀਂ ਸਾਨੂੰ। ਤੀਜਾ ਸੀ ਬਾਈ ਜੀ ਟਰੈਕ ਦਾ ਸਿਸਟਮ, ਟਰੈਕ ਇੰਡੀਪੈਂਡੈਂਟ ਹੋਣਾ ਚਾਹੀਦਾ ਸੀਗਾ, ਓਨਰ ਆਪਰੇਟਰ ਦਾ ਹੋਣਾ ਚਾਹੀਦਾ ਸੀਗਾ, ਉਹ ਚੱਕ ਕੇ ਦੇਤਾ ਕੰਪਨੀਆਂ ਨੂੰ। ਜਿਹੜੀਆਂ ਕੰਪਨੀਆਂ ਰੋਜ਼ ਦੀ ਰੋਜ਼ ਧੱਕਾ ਕਰਦੀਆਂ ਆ, ਕੰਪਨੀ ਦੇ ਕੋਈ ਵਰਖਲਾਫ ਨਹੀਂ ਬੋਲਦਾ ਹੈਗਾ, ਨਾ ਬੋਲਣ ਦੀ ਲੋੜ ਹੈ। ਚਲੋ ਠੀਕ ਹੈ, ਕੰਪਨੀ ਦੇ ਕਹਿੰਦੇ ਸਾਨੂੰ ਕੰਮ ਤੋਂ ਕੱਢ ਦੇਣਾ, ਜਦੋਂ ਬਾਈ ਜੀ ਕਿਤੇ ਖੜਦੇ ਆ ਬੰਦੇ ਗੱਲਾਂ ਕਰਦੇ ਆ, ਜਿਵੇਂ ਕਹਿੰਦਾ ਵੀ ਰੇਡੀਓ ਤੇ ਆਣ ਕੇ ਬੋਲੋ ਜਾਂ ਕਿਤੇ ਇਕੱਠੇ ਹੋ ਕੇ ਬੋਲੋ, ਫਿਰ ਬੋਲਣਾ ਨਹੀਂ, ਡਰਦੇ, ਲੱਤਾਂ ਵੀ ਨਹੀਂ ਬਾਹਰ ਚੱਲਦੀਆਂ। ਫਿਰ ਕਹਿੰਦੇ ਨਹੀਂ ਅਸੀਂ ਪਿੱਛੇ ਰਹੀਏ, ਕੋਈ ਹੋਰ ਬੰਦਾ ਮੂਹਰੇ ਆਵੇ, ਉਹਦੀ ਕੁਰਬਾਨੀ ਦਿੱਤੀ ਜਾਵੇ, ਉਹਦੇ ਗੱਲ 'ਚ ਸਰੋਪਾ ਪਵਾ ਦਈਏ, ਜੇ ਕੰਮ ਤੋਂ ਕੰਪਨੀ ਕੱਢੇ ਤਾਂ ਉਹਨੂੰ ਕੱਢੇ। ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ। ਤੇ ਦੂਸਰੀ ਗੱਲ ਜਿਹੜਾ ਆਫ ਡੌਗ ਦਾ ਇਸ਼ੂ ਸੀਗਾ, ਹੁਣ ਸਭ ਤੋਂ ਵੱਡਾ ਆਫ ਡੌਗ ਦਾ ਰੌਲਾ ਪੈ ਰਿਹਾ ਆ। ਬਾਕੀ ਬਾਈ ਜੀ ਜਿਹੜੇ ਇਸ਼ੂ ਰਹਿ ਗਏ ਆ ਉਹ ਦਬ ਕੇ ਰਹਿ ਗਏ ਆ ਥੱਲੇ।
ਜਿਹੜੇ 3 ਮੁੱਦੇ ਮੈਂ ਤੁਹਾਨੂੰ ਪਹਿਲੇ ਦੱਸੇ ਆ ਇਹਨਾਂ ਦੇ ਉੱਪਰ ਕੰਮ ਹੋਣਾ ਚਾਹੀਦਾ ਆ। ਆਪੇ ਸਟ੍ਰੈਸ ਘਟ ਜਾਣੀ ਆ, ਆਪੇ ਹੀ ਸਾਰਾ ਕੁਝ ਹੋ ਜਾਣਾ ਆ। ਇੱਥੇ ਪਤਾ ਨਹੀਂ ਕਾਹਤੋਂ ਨਹੀਂ ਬੋਲਦੇ ਹੈਗੇ ਵੀ ਦੂਜੇ ਪਾਸੇ ਨੂੰ ਭੱਜਦੇ ਆ। ਜੇ ਹੁਣ ਆਫ ਡੋਗ ਦੇ 20 ਬੰਦੇ ਘਰੇ ਬਿਠਾਲ ਵੀ ਦਿੱਤੇ ਆ, ਜਾਂ ਤਾਂ ਕੋਈ ਨਾ 20 ਦੇ ਰੁਜ਼ਗਾਰ ਦਾ ਹੱਲ ਵੀ ਕੱਢ ਕੇ ਦਿਖਾ ਲਓ ਵੀ ਹਾਂ ਭਾਈ ਅਸੀਂ ਇੱਧਰੋਂ ਆਫ ਡੋਗ ਬੰਦ ਕਰਾਈ ਆ ਤੇ ਆ 20 ਦੇ ਅਸੀਂ ਰੁਜ਼ਗਾਰ ਦਾ ਬਾਈ ਜੀ ਹੱਲ ਵੀ ਕਰਕੇ ਦਿੱਤਾ ਆ। ਉਹ ਤੇ 20 ਫੈਮਲੀਆਂ ਜਿਹੜੀਆਂ ਹੈਗੀਆਂ ਭੁੱਖੀਆਂ ਮਰਨਗੀਆਂ, ਹੁਣ ਉਹਨਾਂ ਨੂੰ ਕੰਮ ਨਹੀਂ ਮਿਲਣਾ। ਯਕਦਮ ਜੇ ਕੰਪਨੀਆਂ ਨੇ ਜਵਾਬ ਦੇ ਦਿੱਤਾ, ਇਹਦੇ ਬਾਰੇ ਨਹੀਂ ਬਾਈ ਜੀ ਕੋਈ ਵੀ ਗੱਲ ਹੋ ਰਹੀ। ਦੂਜਾ ਹੁਣ ਧੱਕਾ ਹੋ ਰਿਹਾ ਤੁਹਾਡੇ ਸਾਹਮਣੇ, ਤੁਹਾਡੇ ਕੋਲ ਰਿਪੋਰਟ ਕੱਲੀ ਪਹੁੰਚਦੀ, ਸੀਐਨ ਚੋਂ ਕੱਢ ਤੇ ਹੋਰਾਂ ਕੰਪਨੀਆਂ ਦੀ ਕੱਢੀ ਜਾਂਦੇ ਆ। ਹੌਲੀ ਹੌਲੀ ਮੈਂ ਦੱਸਿਆ, ਮੈਂ ਕਿਹਾ ਆਪਣੇ ਨਾਲ ਉਹ ਕੁਝ ਹੀ ਹੋਣਾ ਆ ਜੋ ਪਿਛਲੀਆਂ ਕੰਟਰੀਆਂ ਦੇ ਵਿੱਚ ਆਪਣੇ ਨਾਲ ਹੁੰਦਾ ਆਇਆ ਸੀਗਾ। ਆਪਾਂ ਜਿੰਨਾ ਚਿਰ ਨਾ ਇਕੱਠੇ ਹੋਏ, ਇਹ ਜਿਹੜੇ 3-4 ਮੁੱਦੇ ਬਾਈ ਜੀ ਪਹਿਲੇ ਦੱਸੇ ਸੀ, ਇਹਨਾਂ ਤੇ ਨਾ ਕੰਮ ਹੋਇਆ। ਕਿਉਂਕਿ ਸਰਕਾਰ ਨੂੰ ਫੜੋ, ਜਦੋਂ ਸਰਕਾਰ ਵੋਟਾਂ ਲੈਣ ਆਉਂਦੀ ਹੈ, ਤੁਹਾਡੇ ਕੋਲ ਕੋਈ MP MLA ਆਉਂਦਾ, ਉਹਨੂੰ ਕੋ ਭਾਈ ਸਾਹਿਬ ਜੀ ਜਿਹੜਾ ਤੁਹਾਡਾ ਮੈਨੀਫੈਸਟੋ ਬਣਾਇਆ ਨਾ, ਤੁਸੀਂ ਸਾਨੂੰ ਲਾਰੇ ਲਾ ਰਹੇ ਆ, ਇਹਨੂੰ ਲੀਗਲੀ ਬਣਾ ਕੇ ਲਿਆਓ। ਜਿੰਨੇ ਵੀ ਮੁੱਦੇ ਲਿਖਣੇ ਲੀਗਲੀ ਬਣਾਓ, ਇਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਵੇ ਵੀ ਇਹ ਕਿੱਥੇ ਝੂਠ ਬੋਲਿਆ ਸੀ ਇਹਨਾਂ ਨੇ, ਫੇਰ ਗੱਲ ਸਬੂਤ ਆਉਣਾ ਆ। ਜੇ ਆਪਾਂ ਏਦਾਂ ਰੌਲਾ ਪਾਈ ਜਾਂਦੇ ਆ, ਇੱਕ ਦੂਜੇ ਨੂੰ ਲੱਤਾਂ ਖਿੱਚੀ ਜਾਂਦੇ ਆ, ਫੇਰ ਬਾਈ ਜੀ ਕੋਈ ਨਹੀਂ ਕੰਮ ਹੋਣਾ ਹੈਗਾ। ਜਿੰਨਾ ਮਰਜ਼ੀ ਰੌਲਾ ਪਾ ਲੈਣ। ਇਹ ਪਹਿਲਾਂ ਤਾਂ ਜਿਹੜੇ 3 ਮੁੱਦੇ ਪੁਲਿਸ ਗਗਨ ਸਿੰਘ ਵੀ ਸੁਣਦੇ ਹੋਣੇ ਆ, ਹੋਰ ਵੀ ਮੋਹਤਵਾਰ ਬੰਦੇ ਸੁਣਦੇ ਨੇ, ਇਹਨਾਂ ਦੇ ਉੱਪਰ ਕੰਮ ਕਰਨ, ਇਹਨਾਂ ਦੀ ਜਵਾਬਦੇਹੀ ਜਿਹੜੀ ਹੈਗੀ ਉਹ ਬਣਾਉਣ। ਵੀ ਕੋਰਟ ਇਹਨਾਂ ਟਰੱਕਾਂ ਨੂੰ ਕਾਹਦੋਂ ਕਹਿੰਦੀ ਆ ਵੀ ਤੁਹਾਡੇ ਆਹ ਚੀਜ਼ ਹੋਣੀ ਚਾਹੀਦੀ, ਤੇ ਬਾਕੀ ਡੰਪ ਟਰੱਕ ਕਿਉਂ ਨਹੀਂ ਨਿਕਲਦੇ, ਹਾਈਵੇ ਟਰੱਕ ਜਾਂ ਹੋਰ ਮੈਂ ਪਹਿਲਾਂ ਦੱਸ ਕੇ ਹਟਿਆ ਆ, ਉਹ ਕਾਹਦੋਂ ਨਹੀਂ ਨਿਕਲਦੇ। ਜੇ ਲਾ ਬਣਾਉਣਾ ਫਿਰ ਕੈਲੀਫੋਰਨੀਆ ਨੂੰ ਰੀਫਰਾਂ ਦਾ ਵੀ ਹੋ ਜਾਵੇ ਵੀ ਇਦੋਂ ਪੁਰਾਣੇ ਰੀਫਰ ਨਹੀਂ ਚੱਲਣੇ ਹੈਗੇ, ਇਦੋਂ ਪੁਰਾਣਾ ਟਰੱਕ ਨਹੀਂ BC ਦੇ ਵਿੱਚ ਚੱਲ ਸਕਦਾ। ਜਿਹੜਾ BC ਦੇ ਵਿੱਚ ਰਹਿੰਦਾ ਰਜਿਸਟਰਡ BC ਦੇ ਵਿੱਚ ਆ, ਬਾਹਰਲੀ ਸਟੇਟ ਦਾ ਹੋਵੇ ਡਜ਼ਨਟ ਮੈਟਰ, ਕੋਈ ਕੇਅਰ ਨਹੀਂ ਬਾਈ ਜੀ। ਥੈਂਕ ਯੂ, ਧੰਨਵਾਦ ਤੁਹਾਡਾ ਵੀਰ ਜੀ। ਧੰਨਵਾਦ ਜੀ। ਰਾਜਨੀਤਿਕ ਬੰਦਿਆਂ ਦੀ ਗੱਲ ਮਨਵੀਰ ਗਰੇਵਾਲ ਨੇ ਲਿਖੀ ਹੈ। ਬ੍ਰੈਡ ਵਿਸ ਉਹਨਾਂ ਦਾ ਆਪਣਾ MP ਹੈ। ਉਹ ਕਹਿੰਦਾ ਜੀ ਰਵੀ ਕਾਲੋਂ MLA ਹੋ ਕੇ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ। ਆਪਾਂ MP ਬ੍ਰੈਡ ਵਿਸ ਨੂੰ ਸ਼ਨੀਵਾਰ ਵਾਲੇ ਦਿਨ ਪਰਸਨਲ ਨੰਬਰ ਤੇ 10 ਵਾਰ ਫੋਨ ਕੀਤਾ, ਉਹਨੇ ਖੜੇ ਮੱਥੇ ਚੱਕਿਆ, ਉਹਨੇ ਨੰਬਰ ਵੀ ਲੱਭ ਕੇ ਦਿੱਤੇ। ਸ਼ਨੀਚਰਵਾਰ ਨੂੰ ਜਿਹੜਾ ਸੰਡੇ ਨੂੰ ਸਮਾਨ ਨਾ ਸੈਟਰਡੇ ਨੂੰ ਜਿਹੜੇ ਟਰੱਕ ਭੇਜੇ ਸੀ, ਉਸ ਵੇਲੇ ਉਹਦੀ ਮਦਦ ਲਈ ਸੀ। ਆਪਣਾ ਕੰਮ ਕਰਨ ਦਾ ਢੰਗ ਹੈ। ਤੇ ਇਹੀ ਉਧਰੋਂ ਮਨਦੀਪ ਸਿੰਘ ਸੰਘਾ ਅਮਰੀਕਾ ਚ ਟਰੱਕ ਚਲਾਉਂਦੇ ਆ, ਵਾਸ਼ਿੰਗਟਨ ਚ ਦੋਸਤ ਨੇ ਸਾਡੇ, ਉਹ ਕਹਿੰਦੇ ਬਈ ਕਦੇ ਟੋ ਟਰੱਕਰਸ ਇਸ ਤਰ੍ਹਾਂ ਦੇਖੇ ਨੇ, ਮਤਲਬ ਰੌਲਾ ਪਾਉਂਦੇ ਵੀ ਅਸੀਂ ਭੁੱਖੇ ਮਰਦੇ ਆ। ਉਹ ਕਹਿੰਦੇ ਅਸੀਂ $3 ਤੋਂ $4 ਪਰ ਮੀਲ US ਜਿਹੜਾ ਉਹ ਚੱਲਦੇ ਆ, $3 ਤੋਂ $4। ਕੈਨੇਡੀਅਨ ਲੋਡਸ ਜਿਹੜੇ ਨੇ ਉਹ $2 ਤੋਂ ਘੱਟ ਜਿਹੜਾ ਉਹ ਰਨ ਕਰਦੇ ਆ। ਇੰਬੈਲੈਂਸ ਹੈ ਤੇ ਕੰਪੀਟੀਸ਼ਨ ਹੈ ਕੈਨੇਡੀਅਨ ਟਰੱਕਿੰਗ 'ਚ। ਮੈਂ ਹੁਣ ਕਹਾਣੀ ਸ਼ੁਰੂ ਕਰਨੀ ਹੈ ਜੀ, ਪਰ ਇੱਕ ਕਾਲਰ ਹੋਰ ਨੇ। ਮਿਸਿਸ ਸਿੰਘ ਜੀ ਸਤਿ ਸ੍ਰੀ ਅਕਾਲ। ਲਾਈਨ ਨੰਬਰ। Can you hear me, ਭਾਜੀ? ਸਤਿ ਸ੍ਰੀ ਅਕਾਲ ਭੈਣ ਜੀ। ਹਾਂਜੀ ਕਈ ਵਾਰੀ ਤੁਹਾਨੂੰ ਥੋੜਾ ਜਿਹਾ ਰੇਡੀਓ ਦੀ ਪ੍ਰੋਬਲਮ ਆਪਾਂ ਨੂੰ ਆ ਜਾਂਦੀ ਆ। Can you hear me? ਜੀ ਭੈਣ ਜੀ ਜੀ। ਓਕੇ ਭਾਜੀ, ਇਹ ਜਿਹੜੇ ਟਰੱਕਾਂ ਵਾਲਿਆਂ ਨੇ ਵਿਚਾਰੇ ਆਈ ਕੈਨ ਅੰਡਰਸਟੈਂਡ ਵੀ ਜਿਹੜਾ ਉਹ ਕਹਿੰਦੇ ਵੀ ਵੋਟਾਂ ਲੈਣ ਦੇ ਮਾਰੇ ਹੋਰ ਕਹਿੰਦੇ ਆ ਕੁਛ ਤੇ ਫੇਰ ਮੁੱਕਰ ਜਾਂਦੇ ਆ। That is true। ਵੋਟਾਂ ਲੈਣ ਦੇ ਮਾਰੇ ਗੌਰਮੈਂਟ ਵਾਲੇ ਪ੍ਰੋਮਿਸ ਕਰਦੇ ਅਸੀਂ ਆਹ ਕਰਾਂਗੇ ਫਿਰ ਬਾਅਦ ਵਿੱਚ ਮੁੱਕਰ ਜਾਂਦੇ ਆ, ਰਾਈਟ। ਐਂਡ ਦੈਟਸ ਵੈਰੀ ਹਰਟਫੁਲ ਕਿ ਬਾਅਦ ਵਿੱਚ ਉਹ ਗੱਲ ਨਹੀਂ ਕਰਦੇ, ਗੱਲ ਨਹੀਂ ਕਰਨਾ ਮੰਗਦੇ। ਇਹਨਾਂ ਨੇ ਇਹ ਚੰਗੀ ਗੱਲ ਨਹੀਂ ਹੈ ਉਹਨਾਂ ਲਈ। ਜੇ ਉਹ ਗੱਲ ਕਰਨਾ ਮੰਗਦੇ ਆ, ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਵੀ ਵੱਧ ਤੋਂ ਵੱਧ ਮੈਕਸੀਮਮ 1 ਹਫ਼ਤਾ ਬੰਦਾ ਬਿਜ਼ੀ ਹੋ ਸਕਦਾ, 2 ਹਫ਼ਤੇ, ਪਰ 4 ਮਹੀਨੇ ਤਾਂ ਬੰਦਾ ਬਿਜ਼ੀ ਨਹੀਂ ਨਾ ਹੋ ਸਕਦਾ ਕਿ ਉਹ ਮੂਹਰੇ ਗੱਲ ਨਹੀਂ ਕਰਾਉਂਦੇ। ਦੈਟ ਇਜ਼ ਰੋਂਗ। ਐਂਡ ਬਾਕੀ ਗੱਲ ਆ ਜਿਹੜੇ ਇਹਨਾਂ ਨੂੰ 7 ਸਾਲ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਅਸੀਂ ਆਹ ਕਰਾਂਗੇ, ਰਾਈਟ। They should stick to that promise। ਹੁਣ 7 ਸਾਲ ਉਹਨਾਂ ਦੇ ਲੰਘ ਗਏ, that's too long ਕਿ ਉਹਨਾਂ ਨੂੰ ਪ੍ਰੋਮਿਸ ਕਰਕੇ ਤੇ ਉਹਨਾਂ ਦੇ ਵਾਅਦੇ ਉਹ ਪੂਰੇ ਨਹੀਂ ਕਰ ਰਹੇ, ਰਾਈਟ। the thing is ਇਹ ਟਰੱਕ ਵਾਲਿਆਂ ਦੇ ਵਾਅਦੇ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ। ਬਾਥਰੂਮ ਵੀ ਹੋਣੇ ਚਾਹੀਦੇ, ਇਹਨਾਂ ਲਈ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ। ਹੁਣ ਅਗਲੇ 20 ਘੰਟੇ 24 ਘੰਟੇ ਘਰ ਤੋਂ ਬਾਹਰ ਰਹਿੰਦੇ ਆ, ਰਾਈਟ। ਦੈਟਸ ਅੰਡਰਸਟੈਂਡੇਬਲ। ਜੇ ਉਹ ਜਿਹੜੇ ਹੈਗੇ ਗੌਰਮੈਂਟ ਵਾਲੇ, ਜੇ ਉਹਨਾਂ ਨੂੰ ਕਹੋ ਵੀ ਤੁਸੀਂ ਟਰੱਕ ਚਲਾ ਕੇ ਦੇਖੋ 24 ਘੰਟੇ ਤੇ ਤੁਹਾਡੇ ਰਾਹ 'ਚ ਕੋਈ ਵਾਸ਼ਰੂਮ ਨਹੀਂ ਹੈਗਾ, ਉਹ ਇਸ ਤਰ੍ਹਾਂ ਕਰ ਸਕਦੇ ਆ। they could not do this, right। ਬਾਕੀ ਗੱਲ ਹੈ ਇਹਨਾਂ ਨੂੰ ਏਕਤਾ ਕਰਨਾ ਚਾਹੀਦਾ। ਜੇ ਹੁਣ 70% ਬੰਦੇ ਸਟ੍ਰਾਈਕ ਕਰਦੇ ਆ ਤੇ 30% ਫੇਰ ਵੀ ਵਿੱਚ ਟਰੱਕ ਚਲਾਈ ਜਾਂਦੇ ਆ, ਉਹ ਫਿਰ ਇਹਨਾਂ ਦੀ ਗੱਲ ਨਹੀਂ ਬਣਦੀ। ਜੇ ਏਕਤਾ ਕਰੂਗੇ 100%, ਦੂਸਰਾ ਬੰਦਾ ਦੂਸਰੇ ਨੂੰ ਓਵਰਰਾਈਡ ਨਹੀਂ ਕਰੂਗਾ। ਆਈ ਥਿੰਕ ਦੈਟਸ ਆਲਸੋ ਗੁੱਡ ਥਿੰਗ। ਬਾਕੀ ਗੱਲ ਹੈ ਜੇ ਜਿੱਦਾਂ ਹੁਣ ਇੱਕ ਕਾਲਰ ਕਹਿੰਦੇ ਸੀ ਵੀ ਤੁਸੀਂ ਕੰਪਨੀ ਚੇਂਜ ਕਰ ਲਓ, ਕੰਪਨੀ ਚੇਂਜ ਕਰਨ ਦੇ ਨਾਲ ਕੋਈ ਪ੍ਰੋਬਲਮ ਸੋਲਵ ਨਹੀਂ ਹੋ ਜਾਣੀ। ਦਿਸ ਇਜ਼ ਨਾਟ ਗੋਨਾ ਸੋਲਵ ਦ ਪ੍ਰੋਬਲਮ। ਸੋ ਉਹ ਜਿਹੜੇ ਚੀਟਿੰਗ ਕਰ ਰਹੇ ਇਹਨਾਂ ਦੇ ਨਾਲ ਪਿਛਲੇ 7 ਸਾਲ ਤੋਂ, ਦਿਸ ਇਜ਼ ਨਾਟ ਰਾਈਟ। ਉਹ ਆਪਣੇ ਰਾਈਟਸ ਮੰਗਦੇ, ਇਹਨਾਂ ਦੇ ਆਪਣੇ ਰਾਈਟਸ ਹੈਗੇ ਆ,
ਰਾਈਟ। ਬਾਕੀ ਗੱਲ ਜੇ ਮੈਨੂੰ ਡਰਾਈਵਰ ਬਾਰੇ ਕੁਝ ਨਹੀਂ ਪਤਾ, ਬਟ ਜਿਹੜੇ ਆਪਣੇ ਲੋਕ ਆ, ਆਪਣੇ ਲੋਕ ਹੀ ਕੰਮ ਦੇ ਉੱਤੇ ਪੈਰ ਤੇ ਕੁਹਾੜਾ ਮਾਰਦੇ ਆ, ਕਿਉਂਕਿ ਉਹ ਆਪਣੇ ਲੋਕ ਕੰਪਨੀਆਂ ਨੂੰ ਜਾ ਕੇ ਖਰਾਬ ਕਰਦੇ ਆ ਵਿੱਚ ਵੜ ਕੇ, ਰਾਈਟ। ਦੇ ਓਵਰਰਾਈਡ ਦੂਜੇ ਲੋਕਾਂ ਨੂੰ ਕਰਦੇ ਆ, ਕਿਉਂਕਿ ਲੇਬਰ ਲਾਅ ਕਹਿੰਦਾ ਕਿ 8 ਘੰਟੇ ਵਿੱਚ ਤੁਸੀਂ 15-15 ਮਿੰਟ ਦੀ ਬ੍ਰੇਕ ਲੈਣੀ ਆ। ਜਿਹੜੇ ਆਪਣੇ ਲੋਕ ਆ ਉਹ ਜਾ ਕੇ ਵਿੱਚ ਕਹਿ ਦਿੰਦੇ ਕਿ ਨਹੀਂ ਸਾਨੂੰ 15 ਮਿੰਟ ਦੀ ਬ੍ਰੇਕ ਚਾਹੀਦੀ ਨਹੀਂ। ਜਿਹੜਾ ਪਹਿਲਾ ਬੰਦਾ ਕੰਮ ਕਰਦਾ 4 ਸਾਲ ਤੋਂ, ਉਹ 15-15 ਮਿੰਟ ਦੀ ਬ੍ਰੇਕ ਲੈਂਦਾ ਤੇ ਉਹਦਾ ਉਹ ਰੈਕਡ ਖਰਾਬ ਕਰਦੇ ਆ ਜਾ ਕੇ। ਯੂ ਨੋ ਵਾਟ ਆਈ ਮੀਨ? ਜੀ ਜੀ, ਥੈਂਕ ਯੂ। You understand what I'm saying? So ਆਪਣੇ ਲੋਕ ਹੀ ਖਰਾਬ ਕਰਦੇ ਆ। ਹੁਣ ਜਿਹੜੇ ਟਰੱਕਸ ਡਰਾਈਵਰ ਆ, they should do ਇੱਕ ਤਾਂ ਇਹਨਾਂ ਨੂੰ ਕਰਨਾ ਚਾਹੀਦਾ, ਪਰ ਇਹ ਗਲਤ ਨਹੀਂ ਹੈਗੇ। ਟਰੱਕਸ ਵਾਲੇ ਮੇਰੇ ਵੀਰ ਗਲਤ ਨਹੀਂ ਹੈਗੇ, ਇਹ ਵਿਚਾਰੇ ਆਪਣਾ ਹੱਕ ਮੰਗਦੇ ਆ ਐਂਡ ਦੇ ਨੀਡ ਇਟ। ਇਟਸ ਬੀਨ 7 years, that's too long। ਤੇ ਉਹ ਜਿਹੜਾ ਗਵਰਨਮੈਂਟ ਵਾਲਾ ਤੇ ਉਹ ਗੱਲ ਨਹੀਂ ਕਰਨਾ ਮੰਗਦਾ, that's not right। ਜਦੋਂ ਵੋਟਾਂ ਲੈਣੀਆਂ ਸੀ ਹੁਣ 3 ਸਾਲ ਲਈ, ਉਹਨੂੰ ਪਤਾ ਕਿ ਉਹ ਹੋਰ ਹੈਗਾ ਆ ਤੇ ਉਹਦੀ ਬਾਅਦ ਵਿੱਚ ਪੈਨਸ਼ਨ ਵੀ ਬਹੁਤ ਭਾਰੀ ਲੱਗ ਜਾਣੀ ਆ, ਯੂ ਨੋ। ਓਕੇ ਜੀ, ਥੈਂਕ ਯੂ। ਸਮਝ ਗਏ ਜੀ, ਸਮਝ ਗਏ, ਸਮਝ ਗਏ, ਥੈਂਕ ਯੂ। ਰਾਮਸੂ ਪੰਛੀ ਜੀ ਦੀ ਕਹਾਣੀ ਲਗਾਓ। ਫਿਰ ਉਹ ਇੱਕ ਦਿਨ ਮੇਰੇ ਸ਼ਹਿਰ ਆਇਆ, ਵਾਲ ਲੰਬੇ, ਪਿੱਛੇ ਨੂੰ ਸਿੱਧੇ ਬਾਹੇ, ਕੋਈ ਚਿੱਟਾ ਵਾਲ ਵੀ ਸੀ, ਦਾੜੀ ਸ਼ੇਪ ਨਹੀਂ ਸੀ ਕੀਤੀ ਹੋਈ, ਕਲੀਨ ਸ਼ੇਪ, ਮੁੱਛਾਂ ਨਿੱਕੀਆਂ ਨਿੱਕੀਆਂ ਸਿਗੜ ਤੇ ਕੱਸ ਲੈਂਦਾ, ਮੁੱਛਾਂ ਦੇ ਨਿੱਕੇ ਨਿੱਕੇ ਸਿਰਿਆਂ ਨੂੰ ਮਰੋੜਾ ਦਿੰਦਾ, ਕਾਲੀ ਗਰਗਾਬੀ ਚਿੱਟੀ ਬੁਰਸ਼ਟ, ਸੱਜੇ ਹੱਥ ਵਿੱਚ ਲੋਹੇ ਦਾ ਮੋਟਾ ਖੜਾ, ਖੱਬੇ ਦੀ ਚੀਚੀ ਨਾਲ ਲੱਗਦੀ ਉਂਗਲ 'ਚ ਵੀਰ ਬਹੁਤੀ ਰੰਗ ਦੇ ਨਗ ਵਾਲੀ ਸੋਨੇ ਦੀ ਛਾਪ, ਖੱਬੇ ਗੁੱਟ ਤੇ ਮਹਿੰਗੇ ਮੁੱਲ ਦੀ ਘੜੀ। ਘੜੀ ਤਾਂ ਦੂਜੇ ਤੀਜੇ ਸਾਲ ਬਦਲਦਾ, ਹੱਸਦਾ ਤਾਂ ਹੱਸੀ ਜਾਂਦਾ, ਜੇ ਗੰਭੀਰ ਹੋਵੇ ਤਾਂ ਇੱਕ ਸ਼ਬਦ ਨਾ ਕੱਢਦਾ। ਜਿੱਦਣ ਪਤਾ ਲੱਗ ਕੇ ਹੋਰ ਸੁਣਾ ਫਿਰ ਕਿਵੇਂ ਆ, ਮਤਲਬ ਫੇਰ ਅੱਜ ਗਲੋਟੇ ਵਾਂਗੂ ਉੱਧਰ ਫੇਰ ਹੱਸੂ। ਜੇ ਆ ਕੇ ਜਿੱਦਣ ਉਦਾਸ ਆ, ਜੇ ਉਹਨੂੰ ਕਹਿਣਾ ਸਤਿ ਸ੍ਰੀ ਅਕਾਲ ਬਾਈ ਕਿਵੇਂ ਆ, ਸਤਿ ਸ੍ਰੀ ਅਕਾਲ, ਠੀਕ ਹੈ ਠੀਕ ਹੈ, ਚਾਹ ਪੀਣੀ ਹੈ ਪੀਣੀ ਹੈ, ਬਹਿ ਜਾ ਬਹਿ ਜਾਂਦੇ ਆ, ਹੋਰ ਸੁਣਾ, ਬਸ ਸਭ ਠੀਕ ਹੈ। ਚੰਗਾ ਬੰਦਾ ਯਾਰ ਤੂੰ, ਕਿਉਂ ਚੰਗੇ ਬੰਦੇ ਵਾਲੀ ਕਿਹੜੀ ਗੱਲ ਹੈ, ਤੂੰ ਬੋਲਦਾ ਹੀ ਨਹੀਂ, ਬੋਲੀ ਤਾਂ ਜਾਨਾ, ਜਵਾਬ ਦਿੰਨਾ 1-2 ਟੁੱਕ ਤੇ ਹੋਰ 4 ਟੁੱਕ ਬੋਲਾਂ। ਇਹ ਕਦੇ ਕਦੇ ਐ ਹੁੰਦਾ, ਕਦੇ ਕਦੇ ਹੋਰ ਸੁਣਾ, ਵਰਤ ਰਿਹਾ ਕੰਮ ਲੈ, ਜਵਾਈ ਕਿਸੇ ਦੇ ਲੈਣ ਦੇ ਨਹੀਂ ਹੈ, ਹੈ ਬਈ ਟਾਲੀਆਂ ਵਿਓ ਕਰ ਦੇਗੇ, ਟਾਲੀਆਂ ਵਿਓ। ਖੜਾ ਕਹਿੰਦਾ ਬਿਨਾਂ ਮਤਲਬ, ਕਿੱਕਰਾਂ ਤੇ ਕੁੱਤੀਆਂ ਚਾੜ ਦਿਆਂਗੇ, ਦੇਖ ਸਹੀ ਗੋਲਾਂ ਤੇ ਬੱਕਰੀ ਚਾੜ ਦੂੰ ਅੱਜ ਮੈਂ। ਕਮਾਲ ਦਾ ਬੰਦਾ ਅੱਜ ਹੁਣ ਬੱਕਰੀਆਂ ਹੀ ਚਾੜੀ ਜਾਂਦਾ, ਕੁੱਤੀਆਂ ਚਾੜੀ ਜਾਂਦਾ, ਮੇਰੇ ਨਾਲ ਗੱਲ ਕਰਨਾ, ਤੂੰ ਕਰ, ਦੱਸ ਕਰ। ਪਹਿਲਾਂ ਗਾਜਰ ਦਾ ਜੂਸ ਪਿਲਾ ਚਕੰਦਰ ਪਾ ਕੇ, ਇਉਂ ਲੱਗੇ ਜਿਵੇਂ ਖੂਨ ਦੇ ਪੀਨੇ ਆ। ਅੱਜ ਖੁੱਲਿਆ ਹੋਇਆ ਸੀ ਜਦ। ਅੱਛਾ, ਫੇਰ ਉਹ ਸਕੂਲ ਆਉਂਦਾ, ਪਹਿਲਾਂ ਆਉਂਦੀ ਸਾਰ ਕਹਿੰਦਾ ਮੈਂ ਸਕੂਲ ਪੜਾਉਂਦਾ ਹੁੰਦਾ, ਜਦ ਦੇਖਣਾ ਬੜਿਆ ਆ ਅੰਦਰ, ਪਹਿਲਾਂ ਮੈਂ ਦੂਰੋਂ ਦੇਖਣਾ ਮੂੰਹ ਸਿਰ, ਅੱਜ ਕਿਵੇਂ ਆ। ਆਉਂਦੀ ਸਾਰ ਉਹ ਕਹਿੰਦਾ ਛੁੱਟੀ ਦੇ ਦੇ, ਬਸ ਉੱਠ ਖੜ। ਮੇਰੇ ਹੱਥ ਕਾਗਜ਼ ਲੱਭਦੇ, ਮਿੰਟਾਂ ਸਕਿੰਟਾਂ 'ਚ ਮੈਂ ਲਿਖ ਦਿੰਦਾ। ਫਿਰ ਅਸੀਂ ਬਹਿੰਦੇ, ਸ਼ਰਾਬ ਪੀਂਦੇ, ਉਹ ਨਵੀਂ ਕੁੜੀ ਦੀਆਂ ਗੱਲਾਂ ਮੈਨੂੰ ਸੁਣਾਉਂਦਾ। ਫਿਰ ਜਾਣ ਵਾਲੇ ਇੱਕਦਮ ਮੈਨੂੰ ਛੱਡ ਕੇ ਰਾਤ ਰਹਿੰਦਾ, ਸਵੇਰੇ ਜਾਂਦਾ ਤੇ ਅੱਗ ਲੱਗੇਗੀ ਉਹ ਫਟਾਫਟ, ਨਾ ਸਵੇਰੇ ਵਾਸ਼ਰੂਮ, ਨਾ ਚਾਹ, ਨਾ ਬੁਰਸ਼, ਨਾ ਨਹਾਉਣਾ, ਨਾ ਧੋਣਾ। ਅੱਛਾ ਬਾਈ ਕਹਿ ਕੇ, ਅੱਛਾ ਜੇ ਸੂਤ ਹੋਇਆ ਹੋਵੇ ਫਿਰ ਸਵੇਰੇ ਚਾਹ ਬਣਾ, ਚਾਹ ਲਿਆ ਵਧੀਆ ਜੀ ਬਣਾ ਕੇ। ਅੱਛਾ ਅਸੀਂ, ਮੈਂ ਚੁਆਰੇ 'ਚ ਸੀ, ਮੈਂ ਇਕੱਲਾ ਸੀ ਪਿੰਡ ਦੇ ਵਿੱਚ, ਤੇ ਜੇ ਬਸ ਐ ਉੱਠ ਜਾਣਾ, ਨਹੀਂ ਫਿਰ ਕਹਿਣਾ ਇਉਂ ਕਰੀ ਮੁਗਲੈਲ ਵਰਗੀ ਚਾਹ ਲਿਆ ਬਣਾ ਕੇ। ਉਹਦੇ ਸ਼ਬਦ, ਉਹਦੇ ਵਾਰਤਾਲਾਪ, ਉਹਦੀਆਂ ਗੱਲਾਂ ਮੈਂ ਲੇਖਕ ਮੈਨੂੰ ਫੇਲ ਕਰ ਦਿੰਦੀ, ਪਤਾ ਨਹੀਂ। ਇੱਕ ਦਿਨ ਮੈਨੂੰ ਕਹਿੰਦਾ ਚਾਹ ਉਹ ਬਣਾਈ, ਮੈਂ ਕਿਹੜੀ, ਜਿਹ 'ਚ ਡੱਕਾ ਖੜਦਾ ਹੋਵੇ। ਡੱਕੇ ਖੜਨ ਵਾਲੀ ਚਾਹ ਕਿਹੜੀ ਹੁੰਦੀ ਹੈ? ਉਹ ਸੰਘਣੀ ਕਹਿਣਾ, ਸੰਘਣੀ ਸੰਘਣੀ ਖਸਮਾਂ। ਕਦੇ ਕਦੇ ਉਹ ਵੀ ਕਹਿੰਦਾ, ਕਦੇ ਕਦੇ ਉਹਦਾ ਪਤਾ ਹੀ ਨਹੀਂ ਲੱਗਦਾ, ਉੱਤਰਦਾ ਕੋਠਿਓਂ ਤੇ ਹੋ ਗਿਆ ਹੋ ਗਿਆ ਹੋ ਗਿਆ, ਅਲੱਗ ਹੀ। ਅੱਜ ਆਇਆ ਤੇ ਮੈਂ ਸਕੂਲੋਂ ਨਿਕਲਿਆ, ਅੱਜ ਕਿਵੇਂ ਆ, ਬਸ ਠੀਕ ਆ। ਅੱਜ ਪਹਿਲਾਂ ਗਾਜਰ ਵਾਲੇ ਦੇ ਗਾਜਰ ਵਾਲੇ ਦੇ ਗਏ, ਉਹਨੇ ਗਾਜਰ ਦੇ ਵਿੱਚ ਚਕੰਦਰ ਪਾਉਂਦਾ, ਨਿੰਬੂ ਪਾਉਂਦਾ, ਲੇਂਬੂ ਨਾਲ ਵਿੱਚ ਉਹਦੇ ਪੁਦੀਨਾ ਪਾਉਂਦਾ, ਅਦਰਕ ਵੀ ਪਾਉਂਦਾ ਵਿੱਚ, ਪੰਜਾਬੀਆਂ ਦਾ ਜਿਹੜਾ ਪਾ ਕੇ ਬਣਾਉਂਦਾ। ਫਿਰ ਉਹ ਡਿਜ਼ਾਈਨਦਾਰ ਗਲਾਸਾਂ 'ਚ ਪਾਉਂਦਾ ਗਾਜਰ ਦੇ ਰਸ ਨੂੰ। ਫਿਰ ਖੂਨ ਵਾਲੀ ਗੱਲ ਕਰਦਾ, ਅੱਜ ਤਾਂ ਇਉਂ ਲੱਗਦਾ ਜਿਵੇਂ ਰੱਤ ਹੀ ਪੀਂਦੇ ਆ, ਰੱਤ ਵਰਗਾ ਗਲਾਸ ਆ ਜਮਾਈ।
ਮੈਂ ਕਹਿਣਾ ਅੱਜ ਠੀਕ ਲੱਗਦਾ ਥੋੜਾ। ਰਸ ਤੇ ਮੱਗ ਮੇਜ਼ ਤੇ ਅੱਟ ਕੇ ਮੈਂ ਉਹਨੂੰ ਪੁੱਛਿਆ ਇਉਂ ਕਰਾਂ ਵਧੀਆ ਲਿਆਵਾਂ ਜਿੰਨ ਤਾਂ ਮੱਗ ਚ ਪਾ ਦਾਂਗੇ ਨਾਲੇ ਥੋੜੀ ਥੋੜੀ ਜਾਇਕਾ ਦੇ ਨਾ ਲਹੂ ਚ ਸ਼ਰਾਬ ਦਾ ਕੀ ਕੰਮ ਆ ਅੱਜ ਤੇਰੇ ਲਹੂ ਦਾ ਹੀ ਨਸ਼ਾ ਦੇਖਾਂਗੇ। ਫਿਰ ਹੱਸਿਆ ਤੇ ਫਿਰ ਉੱਚੀ ਉੱਚੀ ਹੱਸਣ ਲੱਗ ਅੱਜ ਤੇਰੇ ਹੈ ਬਈ ਤੇਰੇ ਅੱਜ ਲਹੂ ਦਾ ਹੀ ਦੇਖਾਂਗੇ। ਉਹਨੇ ਮੈਨੂੰ ਇੱਕਦਮ ਰੋਕ ਕੇ ਫਿਰ ਕਿਹਾ ਚੱਲ ਉੱਠ। ਉਹਦਾ ਹੁਕਮੀਆ ਹੁੰਦਾ ਸਦਾ ਹੀ ਤੇ ਉਹ ਸੀ ਮੇਰਾ ਯਾਰ ਸੀ। ਉਹਦੇ ਹੁਕਮ ਨੂੰ ਨਾ ਮੈਂ ਤਿਉ ਕਰਦਾ ਨਾਲੇ ਮੇਰੀ ਦਿਹਾੜੀ ਮਰਵਾਉਂਦਾ ਛੁੱਟੀਆਂ ਖਰਾਬ ਕਰਦਾ। ਪਰ ਮੈਨੂੰ ਐ ਸੀ ਵੀ ਕੋਈ ਸੁਣਾਊ ਨਵੀਂ ਪਤਾ ਨਹੀਂ ਕਿਹੜੇ ਪਾਸੇ ਚੜ ਕੇ ਆਇਆ ਤੇ ਅੱਜ ਕੀ ਸੁਣਾਊ। ਉੱਥੋਂ ਉੱਠ ਕੇ ਮੈਨੂੰ ਉੱਠ ਮੈਂ ਦੱਸਿਆ ਰੋਟੀ ਅਜੇ ਮੈਂ ਨਹੀਂ ਖਾਧੀ ਕੋਈ ਸਬਜ਼ੀ ਲੈ ਕੇ ਤੇਰੀ ਭਰਜਾਈ ਨੂੰ ਨਾ ਦੇ ਆਈਏ। ਥੋੜੀ ਦੂਰ ਜਾ ਕੇ ਤੇਰੇ ਕੁੱਟਿਆ ਉਹ ਰੋਟੀ ਦੇ ਮਾਰ ਗੋਲੀ ਜਾਂ ਰੋਟੀ ਖਾ ਲਾਂਗੇ ਤੂੰ ਰਿਕਸ਼ਾ ਦੇ ਅੱਡੇ ਤੇ ਚੱਲ। ਅੱਡੇ ਤੇ ਕੀ ਹੈ ਤੂੰ ਚੱਲ ਤਾਂ ਸਹੀ ਕਹਿ ਕੇ ਕੋਲ ਹੀ ਜਾਂਦੇ ਰਹੇ ਰਿਕਸ਼ਾ ਉਰੇ ਆ ਬਈ ਚਾਰ ਮੈਂ ਬੈਠ ਵੀ ਬੈਠ। ਤੇ ਆਉਂਦੇ ਜਾਂਦੇ ਲੋਕਾਂ ਨੂੰ ਚਿਹਰੇ ਨੂੰ ਤੱਕਦੇ ਉਹ ਵੀ ਮੈਂ ਕਦੇ ਕਦੇ ਕਿਸੇ ਜਨਾਨੀ ਨੂੰ ਦੇਖਦਾ ਹੌਲੀ ਦੇ ਕੇ ਕੋਈ ਰਿਮਾਰਕ ਵੀ ਛੱਡਦਾ ਸਿਰਫ ਮੈਨੂੰ ਸੁਣਾਉਣ ਲਈ ਓਲਾ ਜਿਹਾ ਮੁਸਕਰਾਉਂਦਾ ਵੀ ਅੱਜ ਸੂਤ ਸੀ। ਬੱਸ ਅੱਡੇ ਤੇ ਰਿਕਸ਼ੇ ਤੋਂ ਉਤਰੇ ਰਿਕਸ਼ਾ ਵਾਲੇ ਨੂੰ ਪੈਸੇ ਦੇਣ ਲੱਗਿਆ। ਗੁਰੂ ਟੈਕਸੀਆਂ ਵਾਲ ਨੂੰ ਵਧਿਆ ਮੈਂ ਉਹਨੂੰ ਗੁਰੂ ਕਹਿੰਦਾ। ਟੈਕਸੀਆਂ ਵਾਲਾ ਕੋਈ ਜਾਣ ਪਛਾਣ ਹੋਇਆ ਜਦ ਮੈਂ ਦੇਖਿਆ ਟੈਕਸੀ 'ਚ ਮੂਹਰੇ ਬੈਠਾ ਹੋਇਆ ਗੁਰੂ ਬੈਠ। ਗੁਰੂ ਦੱਸਦਾ ਸੀ ਕਿੱਥੇ ਚੱਲਿਆ। ਉਹ ਤੇਰਾ ਲਹੂ ਤਾਂ ਪੀ ਲਿਆ ਅੱਜ ਜਾਨ ਵੀ ਤੇਰੀ ਖਾਊਂ ਤੂੰ ਬੋਲ ਨਾ ਬਸ। ਅੱਜ 10 ਮਿੰਟ ਜੀ ਜਾ ਕੇ ਇੱਕ ਪਿੰਡ ਹੈ ਟੈਕਸੀ ਪਿੰਡ ਦੀ ਲਿੰਕ ਰੋਡ ਤੇ ਚੱਲਣ ਲੱਗੀ। ਗੁਰੂ ਮਗਰ ਬੈਠਾ ਡਰਾਈਵਰ ਦੇ ਕੰਨ ਕੋਲ ਕੁਝ ਦੱਸੀ ਜਾਂਦਾ। ਟੈਕਸੀ ਪਿੰਡ ਦੀਆਂ ਪੱਕੀਆਂ ਗਲੀਆਂ 'ਚ ਇੱਧਰ ਉੱਧਰ ਡੋਲਦੀ ਇੱਕ ਪਰਲੇ ਪਾਸੇ ਚੌੜੇ ਜਿਹੇ ਦਰਵਾਜ਼ੇ ਮੂਹਰੇ ਰੁਕ ਗਏ। ਉਹ ਮੁਸਕਰਾਇਆ ਤੇ ਮੈਨੂੰ ਕਹਿੰਦਾ ਉਹ ਖੜਾ ਦਰਵਾਜ਼ੇ 'ਚ ਇੱਕ ਬੁੜੀ ਮੰਜੀ ਤੇ ਬੈਠੀ ਸੂਤ ਟੇਕਦੀ। ਗੁਰੂ ਨੇ ਮੱਥਾ ਟੇਕਿਆ ਉਹਦੇ ਕੋਲੇ ਮੰਜੇ ਤੇ ਬਹਿ ਗਿਆ। ਮੈਂ ਵੀ ਸਤਿ ਸ੍ਰੀ ਅਕਾਲ ਬੁਲਾਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਬੁੜੀ ਨੇ ਉਹਨੂੰ ਸਿਆਣ ਲਿਆ ਸੀਸਾਂ ਦੇਣ ਲੱਗੀ। ਦੂਜੇ ਦੰਬੇ ਤੇ ਮੈਂ ਸਾਹਮਣੇ ਬੈਠਾ। ਮੈਨੂੰ ਸੀ ਵੀ ਗੁਰੂ ਛੇਤੀ ਹੋਈ ਵਾਪਸ ਮੁੜੂਗਾ ਟੈਕਸੀ ਕਰਕੇ ਲੈ। ਬੁੜੀ ਬੇਬੇ ਵਿਹੜੇ 'ਚ ਗਈ ਉਹ ਮੇਰੇ ਮੰਜੇ ਤੇ ਆ ਬੈਠਾ ਹੌਲੀ ਜੇ ਦੇ ਕੇ ਮੈਨੂੰ ਸਮਝਾਉਣ ਲੱਗਿਆ ਗੱਲ ਸੁਣ ਬੀਬੀ ਨੇ ਹੁਣ ਮੁੜ ਕੇ ਆ ਕੇ ਤੇਰੇ ਕੋਲ ਦਰਵਾਜ਼ੇ 'ਚ ਬਹਿਣਾ ਤੂੰ ਇਹਦੇ ਨਾਲ ਇਹਦੇ ਮੁੰਡੇ ਦੀਆਂ ਗੱਲਾਂ ਕਰੀ। ਉਹ ਬਿਜਲੀ ਬੋਰਡ 'ਚ ਕਲਰਕ ਹੈ ਦਾਰੂ ਬਹੁਤ ਪੀਂਦਾ ਤੂੰ ਉਹਦੀ ਦਾਰੂ ਦੀ ਨਿੰਦਿਆ ਕਰੀ ਫੇਰ ਨਹੀਂ ਤੇਰੇ ਕੋਲ। ਬੁੜੀ ਉੱਠਦੀ ਬਸ। ਬੁੜੀ ਦੀ ਨੂੰਹ ਕਾਲੇ ਕਦਮੀ ਸਾਡੇ ਕੋਲ ਦਰਵਾਜ਼ੇ 'ਚ ਆਈ ਮੰਜੇ ਤੇ ਬੈਠ ਕੇ ਹਾਲ ਚਾਲ ਪੁੱਛਣ ਲੱਗੀ। ਲੱਗਦੇ ਹੱਥੀ ਗੁਰੂ ਨੇ ਮੇਰੀ ਜਾਣਕਾਰੀ ਉਹਨੂੰ ਦੇਤੀ। ਮਗਰ ਹੀ ਮਗਰ ਬੇਬੇ ਦਰਵਾਜ਼ੇ 'ਚ ਆ ਗਈ। ਚਾਰੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਬਾਅਦ 'ਚ ਖੜੀ ਟੈਕਸੀ ਦੇਖ ਕੇ ਤਿੰਨ ਗੁਆਂਢੀਆਂ ਬੁੜੀਆਂ ਦੇਖਣ ਆ ਗਈਆਂ। ਅਸੀਂ ਆਈਆਂ ਅਸੀਂ ਮੈਂ ਕਿਹਾ ਕਾਰ ਆਈ ਹੈ ਦੇਖ ਕੇ ਆਈਏ। ਕਾਰ ਪਿੰਡਾਂ 'ਚ ਬਹੁਤ ਵੱਡੀ ਗੱਲ ਸੀ ਵੀ ਕਾਰ ਨਹੀਂ ਟੈਂਕ ਆ ਗਿਆ। ਅੱਧਾ ਪਿੰਡ ਨਿਕਲ ਕੇ ਦੇਖਦਾ ਟੈਕਸੀ ਵਾਲੇ ਦੁਆਲੇ ਜਵਾਕ ਫਿਰਨ। ਬੁੜੀ ਦੀ ਨੂੰਹ ਅੰਦਰ ਰਸੋਈ 'ਚ ਚਾਹ ਧਰਨ ਚਲੇ ਗਈ। ਗੁਰੂ ਵੀ ਥੋੜੀ ਦੇਰ ਬਾਅਦ ਦਰਵਾਜ਼ੇ 'ਚ ਉੱਠ ਕੇ ਉਹਦੇ ਮਗਰ ਚਲੇ। ਮੈਂ ਬੁੜੀ ਨਾਲ ਉਹਦੇ ਮੁੰਡੇ ਦੀਆਂ ਗੱਲਾਂ ਛੇੜ ਲਈਆਂ। ਕਦੇ ਕਦੇ ਅੰਦਰੋਂ ਗੁਰੂ ਦੇ ਚੀਕ ਮਾਰਨ ਕੋ ਹੱਸਣ ਦੀ ਆਵਾਜ਼ ਦਰਵਾਜ਼ੇ ਤੱਕ ਆਉਂਦੀ। ਉੱਚੀ ਦੇਖ ਦੇਖ ਲਾ ਜੱਦੀ ਗੱਲ ਹੈ। ਮੈਂ ਕਿਹਾ ਹੁਣ ਪਤਾ ਨਹੀਂ ਕਿਹੜੀਆਂ ਗੱਲਾਂ ਕਰਦਾ। ਮੈਂ ਬਹੁਤ ਔਖਾ ਬੇਬੇ ਕੋਲ ਮੈਂ ਉਹਦੇ ਪੁੱਤਰ ਜਿਹਨੂੰ ਜਾਣਦਾ ਨਹੀਂ ਕਿੰਨੀ ਕੁ ਬਤ ਕੋਈ ਕਹਾ ਅੱਛਾ ਬੇਬੇ ਖਾਸੀ ਦਾਰੂ ਪੀਂਦਾ ਤੇਰਾ ਪੁੱਤ। ਹੋਰ ਪੁੱਤ ਸਾਡਾ ਤਾਂ ਜ਼ਿੰਦਗੀ ਦਾ ਸਾਰਾ ਸੱਤਿਆਨਾਸ਼ ਕੀਤਾ ਪਿਆ ਦਾਰੂ 'ਚ ਨਿਗਾਈ ਜਾਂਦਾ ਹੈ ਕੀ ਕਰੀਏ। ਮੈਨੂੰ ਤਾਂ ਕੰਡਿਆਂ ਤੋਂ ਨਿੱਤ ਧੂੰਦਾ ਐਡਾ ਵਧੀਆ ਟੱਬਰ ਆ ਪੁੱਤ। ਅੱਛਾ ਮੈਨੂੰ ਐ ਸੀ ਉਹ ਕਹਿੰਦਾ ਸੀ ਵੀ ਤੂੰ ਗੱਲ ਬੇਬੇ ਨਾਲ ਕਰੀ ਜਾਣੀ ਆ। ਮੈਂ ਵਧਾਈ ਜਾਵਾਂ ਗਲੋਟੇ ਵਾਂਗੂ। ਫੇਰ ਮੁੜ ਕੇ ਅੱਛਾ ਕਿੰਨੀ ਕੁ ਵਜੇ ਪੀਣ ਲੱਗਦਾ ਬੇਬੇ। ਆਥਣੇ ਆਉਂਦਾ ਭਾਈ ਰੱਜ ਕੇ ਡੱਫ ਕੇ। ਅੱਛਾ ਸੁਨੇਹਾ ਤਾਂ ਨਹੀਂ ਪੀਂਦਾ ਜਿੱਦਣ ਰਾਤ ਨੂੰ ਪੁੱਤ ਬਾਹਲੀ ਪੀਂਦੀ ਸੁਨੇਹਾ ਵੀ ਪੀਂਦਾ। ਬੇਬੇ ਤੈਨੂੰ ਕਿਵੇਂ ਪਤਾ ਲੱਗਦਾ ਹੈ ਕਿਵੇਂ ਪੀਂਦਾ। ਪੁੱਤ ਪਾਣੀ ਦਾ ਜੱਗ ਲੈ ਕੇ ਵਰਦਾ ਅੰਦਰ ਜਦੇ ਪਤਾ ਲੱਗ ਜਾਂਦਾ। ਗਲਾਸ ਲੱਭਦਾ। ਅੱਛਾ ਬੇਬੇ ਗਲਾਸ ਫਿਰ ਕਿਹੜੇ 'ਚ ਪਾਉਂਦਾ ਕੰਚ ਦੇ 'ਚ ਕਿ ਦੂਜੇ 'ਚ। ਕਦੇ ਕਦੇ ਲੁਕਮੀ ਭਾਈ ਪਾਉਂਦਾ ਫਿਰ ਦੂਜੇ 'ਚ ਪਾਉਂਦਾ ਖੱਦਰ ਵਾਲੇ 'ਚ। ਜਿੱਦਣ ਦਿਖਾ ਕੇ ਪਾਉਂਦਾ ਚੀਚੀ ਨਾਲ ਚੱਕਦਾ ਉਦਣ ਕੰਚ ਵਾਲੇ 'ਚ ਪਾਉਂਦਾ। ਅੱਛਾ ਨਾਲ ਭੁੱਖਾ ਵੀ ਖਾਂਦਾ ਫਿਰ ਤਾਂ ਸਿਹਤ ਵੀ ਖਰਾਬ ਹੋ ਬੇਬੇ ਉਹਦੀ। ਹਾਂ ਪੁੱਤ ਸਿਹਤ ਤਾਂ ਬਹੁਤ ਬਰਾਨ ਹੋ ਗਈ। ਪਤਾ ਨਹੀਂ ਕਿਉਂ ਖਾਂਦਾ ਨਹੀਂ ਪੀਂਦਾ ਲੱਕਾ ਰਹਿ ਗਿਆ ਮੇਰਾ ਇੱਕੋ ਇੱਕ ਪੁੱਤ। ਬੇਬੇ ਹੰਝੂਆਂ 'ਚ ਨਾ ਬੇਬੇ ਤੂੰ ਐ ਮਨ ਨਾ ਖਰਾਬ ਕਰ। ਮੇਰੇ ਵੀ ਚਾਚੇ ਦਾ ਪੁੱਤ ਸੀ ਏਕਣ ਇਉਂ ਹੀ ਉਹ ਪੀਂਦਾ ਸੀ। ਅਸੀਂ ਉਹਨੂੰ ਨਾ ਇੱਧਰ ਬਾਂਗਰ ਵਾਲੇ ਪਾਸੇ ਨੂੰ ਗਾਹਾਂ ਨੂੰ ਲੈ ਗਏ ਤੇ ਬਾਂਗਰ ਦੇ ਨੇੜੇ ਉਹਨੂੰ ਦਵਾਈ ਦਵਾ ਕੇ ਲਿਆ। ਹੁਣ ਬਾਂਗਰ ਰਾਜਸਥਾਨ ਦਾ ਏਰੀਆ ਸੀ। ਬੇਬੇ ਨੂੰ ਨਾਮ ਮੈਨੂੰ ਪਿੰਡ ਦਾ ਪਤਾ ਨਾ ਚਾਚੇ ਦਾ ਪੁੱਤ ਪੀਂਦਾ ਸੀ।
ਹੁਣ ਮੈਂ ਹੁਣ ਕੀ ਕਹਾਂ? ਅੱਛਾ ਪੁੱਤ ਕਾਹਦੀ ਦਵਾਈ ਸੀ? ਬਸ ਦਵਾਈ ਦਾ ਪਤਾ ਨਹੀਂ ਬੇਬੇ, ਦਹੀਂ ਜਾਂ ਘੋਲ ਕੇ ਚਮਚਾ ਪਾਉਂਦੀ ਸੀ ਉਹਦੀ ਘਰ ਵਾਲੀ, ਉਹਨੂੰ ਦਹੀਂ ਜਦੋਂ ਖਾ ਲੈਂਦਾ ਸੀ ਮੁੜ ਕੇ ਜਦ ਦਾਰੂ ਪੀਂਦੇ ਉਹਨੂੰ ਬੱਤ ਆਉਂਦੇ ਸੀ, ਬੱਤ ਆਉਣ ਕਰਕੇ ਮੂੰਹ ਲਾਲ ਹੋ ਜਾਂਦਾ ਸੀ, ਜਾਂ ਮੂੰਹ ਲਾਲ ਹੁੰਦੇ ਉਹ ਪੀੜੀ ਛੱਡ ਗਿਆ ਬੇਬੇ ਉਹ। ਅੱਛਾ ਭਾਈ ਕਿੱਥੋਂ ਮਿਲਦੀ ਆ ਦਵਾਈ? ਇੱਧਰ ਬਾਂਗਰ ਵੱਲ ਹੈ। ਬਾਂਹ ਮੈਂ ਉੱਚੀ ਚੱਕ ਲਈ, ਹੁਣ ਮੈਨੂੰ ਪਤਾ ਵੀ ਨਹੀਂ ਵੀ ਬਾਂਗਰ ਕਿੱਧਰ ਆ। ਮੈਨੂੰ ਆਇਆ ਸੀ ਵੀ ਜੇ ਗੁਰੂ ਗੁੱਸੇ ਹੋ ਗਿਆ ਫਿਰ ਬਹੁਤ ਔਖਾ। ਗੁਰੂ ਅੰਦਰ ਗੱਲਾਂ ਮਾਰ ਲਏ, ਗੁਰੂ ਉਹਦੇ ਬਾਅਦ ਚਾਹ ਆ ਗਈ, ਗੁਰੂ ਆਪਣੇ ਗਲਾਸ ਦੇ ਬਾਹਰ ਆ ਗਿਆ, ਨਾਲ ਹੀ ਮੇਰੇ ਚਾਹ ਪੀਣ ਲੱਗੇ, ਨੂੰਹ ਅੰਦਰ ਕਮਰੇ ਚਲ ਗਈ, ਜਵਾਕ ਰੋਣ ਲੱਗਿਆ ਤੇ ਗੁਰੂ ਨੇ ਗਲਾਸ ਚੋਂ ਘੁੱਟ ਚਾਹ ਭਰੀ, ਉਹ ਰਸੋਈ ਚ ਗਿਆ, ਇੱਕ ਹੋਰ ਗਲਾਸ ਲਾ ਕੇ ਬਾਹਰ ਡਰਾਈਵਰ ਨੂੰ ਦਿਆ। ਇੱਥੇ ਬੇਬੇ ਮੈਨੂੰ ਕਹਿੰਦੀ ਸਵੇਰ ਦਾ ਹੀ ਸੁੱਤਾ ਪਿਆ ਜੂਣ ਜੋਗਾ, ਪਤਾ ਨਹੀਂ ਢਿੱਲਾ ਕੁਛ। ਤੇ ਫੇਰ ਬੇਬੇ ਦਰਵਾਜ਼ੇ 'ਚ ਉੱਚੀ ਬੋਲੀ, ਉਹਦੇ ਬਹੂ ਇਹਨੂੰ ਦੁੱਧ ਚੰਗਾ, ਹੁਣ ਉੱਠ ਖਾਂਦੇ ਐ ਨਹੀਂ ਟਿਕਣਾ, ਹੁਣ ਲਿਆ ਮੈਨੂੰ ਫੜਾ ਉਰੇ। ਬੱਚਾ ਹਲੇ ਵੀ ਰੋ। ਅਸੀਂ ਖਤਮ ਕੀਤੀ, ਬਾਹਰੋਂ 5-6 ਸਾਲ ਦੀ ਕੁੜੀ ਆਈ ਤੇ ਬੁੜੀ ਦੀ ਗੋਦੀ 'ਚ ਲਿਟ ਗਈ। ਗੁਰੂ ਨੇ ਉਹਨੂੰ ਬੁੱਕਲ 'ਚ ਖਿੱਚ ਲਿਆ, ਪਿਆਰ ਕਰਨ ਲੱਗੇ। ਹੁਣ ਬੱਚਾ ਚੁੱਪ ਹੋ ਗਿਆ। ਗੁਰੂ ਨੇ ਕੁੜੀ ਨੂੰ ਮੇਰੇ ਕੋਲ ਬਿਠਾਇਆ, ਅੱਖਾਂ 'ਚ ਕੁਛ ਸਮਝਾ ਕੇ ਅੰਦਰ ਕਮਰੇ 'ਚ ਫੇਰ ਚਲੇ ਗਿਆ। ਮੈਂ ਹੁਣ ਕੁੜੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨਾ। ਹੁਣ ਮੈਂ ਕੁੜੀ ਤੇ ਬੁੜੀ ਦੋਨਾਂ ਦੀ ਡਿਊਟੀ ਸੀ ਮੇਰੇ ਨਾਲ। ਅੱਛਾ ਪੁੱਤ ਤੂੰ ਸਕੂਲ ਪੜ੍ਹਦੀ ਆ? ਹਾਂ ਅੰਕਲ ਜੀ ਮੈਂ ਪੜ੍ਹਦੀ ਆ। ਕੀ ਪੜ੍ਹਦੀ ਆ ਪੁੱਤ ਉੱਥੇ? ਊੜਾ ਆੜਾ ਪੜ੍ਹਦੀ ਆ ਅੰਕਲ ਜੀ। ਹੋਰ ਪੁੱਤ? ਇੱਕ ਮਾਈ ਫਾਦਰ ਦਾ ਲੇਖ। ਹੋਰ ਪੁੱਤ? ਗੁਰੂ ਨਾਨਕ ਦਾ ਲੇਖ। ਪੀਟੀ ਵੀ ਕਰਾਉਂਦੇ ਨੇ ਪੁੱਤ? ਹਾਂ ਪੀਟੀ। ਤੂੰ ਬੜਾ ਹੋ ਕੇ ਕੀ ਬਣਨਾ? ਮੈਂ ਬਣਨਾ ਬੜਾ ਹੋ ਕੇ ਡਾਕਟਰ। ਅੱਛਾ ਰਾਣੀ ਜੀ ਬਹੁਤ ਚੰਗਾ। ਹੁਣ ਬੇਸਿਰ ਪੈਰੀਆਂ ਗੱਲਾਂ, ਕੰਨ ਮੇਰੇ ਕਮਰੇ 'ਚ। ਗੁਰੂ ਕਿਵੇਂ ਨਾ ਲੱਗੇ, ਗੁਰੂ ਦੀ ਬੁੜੀ ਦੀ ਨੂੰਹ ਦੀ ਵੀ ਕੋਈ ਆਵਾਜ਼ ਆ। ਥੋੜੀ ਦੇਰ ਬਾਅਦ ਗੁਰੂ ਜਿਵੇਂ ਹੱਥਾਂ 'ਚ ਮੁੰਡੇ ਨੂੰ ਚੁੱਕੀ ਸਾਡੇ ਕੋਲ ਫੇਰ ਦਰਵਾਜ਼ੇ 'ਚ ਆਇਆ ਤੇ ਮੁੰਡੇ ਨੂੰ ਬੁੜੀ ਦੀ ਗੋਦ 'ਚ ਬਿਠਾ ਕੇ ਮੈਨੂੰ ਇੱਕਦਮ ਹੁਕਮ ਕੀਤਾ, ਚੱਲ ਬਾਈ ਉਹ ਖੜਾ। ਟੈਕਸੀ 'ਚ ਬੈਠੇ, ਬੁੜੀ ਦੀ ਨੂੰਹ ਸਾਨੂੰ ਦਰਵਾਜ਼ੇ ਤੱਕ ਛੱਡਣ ਆਈ। ਬੁੜੀ ਤੋਂ ਮੁੰਡਾ ਲੈ ਕੇ ਅਰਦਾਸ ਜਿਹਾ ਮੁਸਕਰਾਉਂਦੀ ਸੀ। ਮੁੰਡੇ ਨੇ ਟੈਕਸੀ ਵੱਲ ਝੁਕਾ ਕੇ ਸਾਡੇ ਕੰਨੀ ਉਂਗਲ ਦਾ ਇਸ਼ਾਰਾ ਕੀਤਾ, ਮੁੜ ਕੇ ਅਸੀਂ ਸ਼ਹਿਰ ਦੇ ਬੱਸ ਅੱਡੇ ਤੇ। ਉਹਨੇ ਟੈਕਸੀ ਵਾਲੇ ਨੂੰ ਕਿਹਾ ਰੇਲਵੇ ਸਟੇਸ਼ਨ ਛੱਡ। ਟੈਕਸੀ ਡਰਾਈਵਰ ਨੇ ਉਹਨੇ ਪਰਸੋਂ ਕੱਢ ਕੇ 70 ਰੁਪਏ ਦਿੱਤੇ ਤੇ ਹੱਥੋਂ ਦੀ ਗੱਡੀ ਆਉਣ 'ਚ ਘੰਟਾ ਸੀ। ਗੁਰੂ ਨੇ ਇਸੇ ਗੱਡੀ 'ਚ ਵਾਪਸ ਆਪਣੇ ਸ਼ਹਿਰ ਮੁੜਨਾ ਸੀ। ਗੱਡੀ ਆਉਣ ਤੱਕ ਮੈਂ ਉਹਦੇ ਨਾਲ ਬੈਂਚ 'ਚ ਬੈਠਾ। ਮੇਰੇ ਦਿਮਾਗ ਦੇ ਵਿੱਚ ਹੁਣ ਖਲਾਰਾ ਪਿਆ ਵੀ ਦੱਸੇ ਤਾਂ ਸਹੀ, ਤੇ ਗੱਲ ਕਰਦਾ ਕੋਈ ਕਰੇ ਨਾ ਫਿਰ ਚੁੱਪ। ਚੱਲ ਹੁਣ ਸ਼ਿਵ ਦੀ ਸਮਾਧੀ ਖੋਲ ਤਾਂ ਦੱਸ ਦੇ, ਹੈ ਕੌਣ ਸੀ? ਪਹਿਲਾਂ ਤੂੰ ਤਾਂ ਕਦੇ ਮਿਲਾਈ ਨਹੀਂ। ਮੇਰੀਆਂ ਅੱਖਾਂ 'ਚ ਅੱਖਾਂ ਪੂਰੀ ਤਰ੍ਹਾਂ ਕੱਢ ਕੇ ਅੱਧਾ ਮਿੰਟ ਪਾਗਲਾਂ ਨੂੰ ਦੇਖਿਆ, ਫਿਰ ਅੱਧਾ ਮਿੰਟ ਜਿਵੇਂ ਮੇਰੇ ਲਈ ਕੋਈ ਤਲਵਾਰ ਦਾ ਫਰਕ ਹੋਵੇ। ਮੈਂ ਕਤਲ ਹੋ ਕੇ ਰਹਿ ਗਿਆ ਤੇ ਫਿਰ ਉਹਦੇ ਬੁੱਲ ਫੜ। ਦੱਸਾਂ? ਹਾਂ ਦੱਸ। ਇਹ ਸਿਮਰਤੀ ਸੀ। ਕਹਿ ਕੇ ਉਹਨੇ ਮੂੰਹ ਪਰਾਂ ਕਰ ਲਿਆ। ਸਿਮਰਤੀ ਬਾਰੇ ਮੈਂ ਬਹੁਤ ਕੁਝ ਜਾਣਦਾ ਸੀ ਪਰ ਮੈਂ ਉਹਨੂੰ ਦੇਖਿਆ ਨਹੀਂ ਸੀ। ਮੈਂ ਗੁਰੂ ਦੇ ਸ਼ਹਿਰ MA ਦਾ ਇਮਤਿਹਾਨ ਦੇਣ ਗਿਆ। ਸਬੱਬ ਨਾਲ ਮੈਨੂੰ ਉਹਦੇ ਨਾਲ ਲੱਗਦਾ ਇੱਕ ਚੁਬਾਰਾ ਕਿਰਾਏ ਤੇ ਮਿਲ ਗਿਆ ਸੀ। ਦੂਜੇ ਚੁਬਾਰੇ 'ਚ ਉਹ ਆਪਣੇ ਬਾਲ ਬੱਚਿਆਂ ਨਾਲ ਰਹਿੰਦਾ ਸੀ। ਉਹਦੇ ਕੋਲ ਵੀ ਇੱਕ ਚੁਬਾਰਾ ਕਿਰਾਏ ਤੇ ਸੀ। ਦੋਨਾਂ ਚੁਬਾਰਿਆਂ ਦੀਆਂ ਪੌੜੀਆਂ ਸਾਂਝੀਆਂ ਸੀ। ਹਰ ਰੋਜ਼ ਅਸੀਂ ਇਕੱਠੇ ਰਹਿੰਦੇ। ਗੁਰੂ ਦੀ ਵਹੁਟੀ ਕੋਲ ਇੱਕ ਕੁੜੀ ਸੀ। ਇੱਕ ਕੁੜੀ ਉਸ ਤੋਂ ਵੱਡੀ ਹੋਰ ਵੀ ਸੀ ਜਿਹੜੀ ਨਾਨੀ ਕੋਲ ਰਹਿੰਦੀ। ਗੁਰੂ ਦੇ ਦਰਸ਼ਨ ਖੇਡਣ ਵਾਲੇ ਸੁਭਾਅ ਨੇ ਮੈਨੂੰ ਉਹਦੇ ਨੇੜੇ ਕਰ ਦਿੱਤਾ। ਸਵੇਰੇ ਜਦੋਂ ਮੈਂ ਰਾਤ ਦੀ ਪੜ੍ਹਾਈ ਦਾ ਭੰਨਿਆ, ਨਹਾ ਧੋ ਕੇ ਚਾਹ ਪੀਂਦਾ, ਉਹ ਮੇਰੇ ਕੋਲ ਆ ਪੈਂਦਾ। ਚਾਹ ਨਾ ਪੀਂਦਾ, ਬਸ ਗੱਲਾਂ ਹੀ ਸੁਣ। ਭੰਨਿਆ ਉਹ ਵੀ ਹੁੰਦਾ ਸ਼ਰਾਬ ਦਾ ਆਥਣ ਦਾ। ਮੈਨੂੰ ਉਹ ਕੁੜੀਆਂ ਦੀਆਂ ਗੱਲਾਂ ਸੁਣਾਉਂਦਾ। ਮੈਨੂੰ ਪੜਾਕੂ ਨੂੰ ਚੰਗੀਆਂ ਬਹੁਤ ਲੱਗਦੀਆਂ ਗੱਲਾਂ। ਅੱਧੇ ਘੰਟਾ ਹੀ ਬਹਿੰਦਾ ਤੇ ਰਾਤ ਨੂੰ 9-10 ਵਜੇ ਮਿਲਦਾ। ਫੇਰ ਮੇਰੇ ਕੋਲ ਨਾ ਇਮਤਿਹਾਨ ਦੀ ਤਿਆਰੀ ਲਈ 1 ਮਹੀਨਾ ਪਹਿਲਾਂ ਹੀ ਮੈਂ ਉੱਥੇ ਜਾ ਕੇ ਠਹਿਰਿਆ। ਮੇਰਾ ਸੈਂਟਰ ਗੁਰੂ ਦੀ ਵਰਕਸ਼ਾਪ ਦੇ ਨੇੜੇ ਸੀ। ਗੁਰੂ ਮਕੈਨਿਕ ਸੀ, ਬਹੁਤ ਵੱਡੀ ਕਾਰਾਂ ਦਾ ਹੈਡ ਮਿਸਟਰ। ਸ਼ਹਿਰ 'ਚ ਵੱਡੀ ਵਰਕਸ਼ਾਪ ਤੇ ਅਸਲੀ ਨਾਮ ਰਾਜ ਕੁਮਾਰ ਸੀ। ਵਰਕਸ਼ਾਪ ਦੇ ਸਾਰੇ ਲੋਕ ਗੁਰੂ ਹੀ ਕਹਿੰਦੇ ਸੀ। ਮਤਲਬ ਕਾਰਾਂ ਦਾ ਏਡਾ ਵਧੀਆ ਮਕੈਨਿਕ ਸੀ, ਕਿਸੇ ਤੋਂ ਕਾਰ ਨਾ ਸੁਣੇਗਾ ਗੁਰੂ ਕੋਲ ਲੈ ਕੇ ਚੱਲ। ਬਸ ਕੋਲ ਬਹਿੰਦਾ, ਝੁਕਦਾ, ਬੋਨਟ ਖੋਲਦਾ, ਪਤਾ ਨਹੀਂ ਹੱਥ ਪੱਲਾ ਕੀ ਕਰਦਾ ਤੇ ਸਟਾਰਟ। ਗੁਰੂ ਮਕੈਨਿਕ ਮੁੰਡਿਆਂ ਦੀ ਹਰ ਗੱਲ 'ਚ ਗੁਰੂ ਸੀ ਤੇ ਜਵਾਕਾਂ ਨਾਲ ਮੁੰਡਿਆਂ ਨਾਲ ਹੱਸਦਾ। ਗੁਰੂ ਦੀ ਵਰਕਸ਼ਾਪ ਦੇ ਸਾਹਮਣੇ ਵਾਲੇ ਮਕਾਨ 'ਚ ਇੱਕ ਰਿਟਾਇਰਡ ਖਜ਼ਾਨਚੀ ਦਾ ਘਰ ਸੀ। ਸਿਮਰਤੀ ਇਸੇ ਖਜ਼ਾਨਚੀ ਦੀ ਕੁੜੀ ਸੀ ਤੇ ਜਿਸ ਦਿਨ ਮੇਰਾ ਚੌਥਾ ਪਾਸੇ ਗੁਰੂ ਬੋਤਲ ਲੈ ਕੇ ਮੇਰੇ ਚੁਬਾਰੇ 'ਚ ਆਇਆ, ਇਕੱਠੇ ਦਾਰੂ ਪੀਤੀ। ਉਸ ਦਿਨ ਉਹ ਸਿਮਰਤੀ ਦੀ ਕਥਾ ਮਿਲੀ। ਸਿਮਰਤੀ ਤੇ ਮੈਂ ਕਾਲਜ ਪੜ੍ਹਦੇ ਸੀ ਇਕੱਠੇ।
ਸਿਮਰਤੀ ਦਾ ਜੱਦੀ ਘਰ ਵੀ ਮੇਰੇ ਗੁਆਂਢ 'ਚ ਸੀ। ਦੋਹਾਂ ਦਾ ਸਾਡਾ ਪਿਆਰ ਬਹੁਤ ਹੋ ਗਿਆ ਸੀ। ਮੈਂ ਸਿਮਰਤੀ ਬਹੁਤ, ਕਾਲਜ 'ਚ ਅਸੀਂ ਘੱਟ ਮਿਲਦੇ। ਰਾਤ ਨੂੰ ਗੁਰੂ ਸਿਮਰਤੀ ਕੋਲ ਮੈਂ ਹਰ ਰੋਜ਼ ਉਹਨੂੰ ਮਿਲਣ ਜਾਂਦਾ। ਉਹ ਇਕੱਲੀ ਪੜ੍ਹਦੀ ਸੀ ਤੇ ਮੈਂ ਉਹਦੇ ਕੋਲ ਬੈਠਾ ਰਹਿੰਦਾ। ਮੈਂ ਉਹਨੂੰ ਧਿਆਉਂਦਾ ਸੀ, ਸਿਮਰਤੀ ਨਾਂ ਹੀ ਸੀ। ਤੇ ਫਿਰ ਇੱਕ ਦਿਨ ਕਮਰੇ ਦਾ ਖੜਕਾ ਹੋਇਆ ਤੇ ਖਜ਼ਾਨਚੀ ਜਾਗ ਪਿਆ। ਖਜ਼ਾਨਚੀ ਨੇ ਰੌਲਾ ਪਤਾ, ਚੋਰ ਚੋਰ ਚੋਰ। ਲੋਕਾਂ ਨੇ ਗੰਡਾਸੇ ਕੱਢ ਲਏ ਤੇ ਮੈਂ ਨਿਕਲ ਕੇ ਆ ਕੇ ਆਪਣੇ ਘਰੇ ਪੈ ਗਿਆ। 2 ਮਹੀਨਿਆਂ 'ਚ ਖਜ਼ਾਨਚੀ ਨੇ ਮੁੰਡਾ ਲੱਭਿਆ ਤੇ ਸਿਮਰਤੀ ਵਿਆਹ ਸੀ। ਬਸ ਸਿਮਰਤੀ ਦੇ ਵਿਆਹ ਤੋਂ ਪਹਿਲਾਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਨਾਲ ਵਿਆਹ ਹੋ ਜਾਵੇ, ਗੱਲ ਨਾ ਤੁਰੀ। ਸਿਮਰਤੀ ਦੇ ਬਾਪੂ ਨੇ ਮੰਨਣਾ ਕੀ ਸੀ ਗੁਰੂ ਦਾ। ਇੱਧਰਲਾ ਮੇਰੇ ਵਾਲਾ ਬਾਪੂ ਵੀ ਡੰਡਾ ਲੈ ਕੇ ਆਇਆ ਤੇ ਰੁਕਾਵਟ ਜਾਤ ਬਰਾਦਰੀ ਦੀ ਸੀ। ਆਖਰੀ ਦਿਨ ਜਦੋਂ ਅਸੀਂ ਚੁਬਾਰੇ 'ਚ ਬੈਠੇ ਪੀਰੇ ਤੇ ਉਹਨੇ ਮੈਨੂੰ ਦੱਸਿਆ ਸੀ ਉਦਣ ਸਿਮਰਤੀ ਨੂੰ ਉਹਦੇ ਨਾਂ ਵਾਂਗੂ ਮੈਂ ਪਵਿੱਤਰ ਰੱਖਿਆ ਹੋਇਆ। ਦੇਖੀ ਕਿਤੇ ਕੋਈ ਗੱਲ ਨਾ ਸੋਚੀ ਮੇਰੇ ਬਾਰੇ, ਦੇਵੀ ਆ ਮੇਰੇ ਲਈ ਉਹ। ਅੱਛਾ, ਪਰ ਉਹ ਤੇਰਾ ਕਰੂਰਾ ਤਾਂ ਮਾੜਾ, ਉਹਦਾ ਗੇੜਾ ਨਹੀਂ ਪੈਣ ਦਿੰਦਾ ਪੁੱਠੇ ਕੰਮਾਂ ਨੂੰ। ਉਧਰ ਕਿਵੇਂ? ਨਹੀਂ 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 ਨਹੀਂ, ਸਿਮਰਤੀ ਤਾਂ ਸਿਮਰਤੀ ਹੈ। ਤੇ ਹੁਣ ਵੀ ਸਿਮਰਤੀ ਨੂੰ ਮੈਂ ਬਸ ਪਵਿੱਤਰ ਆ। ਵਿਆਹ ਪਿੱਛੋਂ ਮੈਂ ਉਹਨੂੰ ਮਿਲ ਜਾਣਾ ਤੇ ਜਦੋਂ ਸ਼ਹਿਰ ਆਪਣੇ ਬਾਪ ਦੇ ਘਰ ਆਉਂਦੀ ਉਦੋਂ ਵੀ ਮਿਲ ਜਾਣਾ। ਸਿਮਰਤੀ ਦੇ ਸਹੁਰੇ ਪਿੰਡ ਵੀ 2 ਵਾਰ ਜਾ ਕੇ ਮੇਰੇ ਯਾਦ ਆ ਰਹੀ ਸੀਗਾ। ਉਦਣ ਗੁਰੂ ਨੇ ਮੈਨੂੰ ਸਿਮਰਤੀ ਦੇ ਪਿੰਡ ਦਾ ਨਾਂ ਨਹੀਂ ਸੀ ਦੱਸਿਆ ਜਦ ਦੁਬਾਰਾ ਆਇਆ। ਇਹ ਪਹਿਲੀ ਗੱਲ ਹੈ। ਅੱਜ ਜਦ ਸਿਮਰਤੀ ਨੂੰ ਮੈਨੂੰ ਦਿਖਾ ਕੇ ਲਿਆਇਆ ਤਾਂ ਮੈਨੂੰ ਪਤਾ ਲੱਗਿਆ ਅੱਛਾ ਆਹ ਸਿਮਰਤੀ। ਤੇ ਜਦ ਵੀ ਉਹ ਗੱਲ ਕਰਦਾ ਤਾਂ ਸਿਮਰਤੀ ਦੀ ਗੱਲ ਕਰਦਾ। ਅੱਜ ਸਿਮਰਤੀ ਦੇਖ ਕੇ ਮੈਂ ਵਾਕਈ ਕਿਹਾ ਵੀ ਯਾਰ ਪਾਕ ਰੂਹ ਕੋਈ ਮੁਹੱਬਤ ਸੀ, ਇਹ ਕਿਵੇਂ ਤੁਰੀ ਫਿਰਦੀ ਹੈ ਕਿੱਥੇ। ਹੁਣ ਬਸ ਸਿਮਰਤੀ ਤੇ ਤੋਂ ਬਿਨਾਂ ਵੀ ਇੱਕ ਅੱਧੀ ਵਾਰ ਮਿਲਿਆ ਉਹਨਾਂ। ਅੱਜ ਮੈਂ ਤੈਨੂੰ ਕਿਹਾ ਵੀ ਤੈਨੂੰ ਪੁਰਾਣੀਆਂ ਤੇਰੀਆਂ ਯਾਦਾਂ ਦਿਖਾ ਕੇ ਆਵਾਂ। ਉਦੋਂ ਸ਼ਾਮ ਦੀ ਗੱਡੀ ਜਦੋਂ ਮੇਰੇ ਸ਼ਹਿਰੋਂ ਮੇਰੇ ਕੋਲੋਂ ਜਾ ਰਿਹਾ ਸੀ, ਬਿਲਕੁਲ ਖਾਮੋਸ਼ ਬੈਠਾ। ਮੈਂ ਉਹਨੂੰ ਹੌਲੀ ਜਿਹੀ ਪੁੱਛਿਆ, ਹੁਣ ਇੰਨੇ ਵਰੇ ਬਾਅਦ ਵੀ ਸਿਮਰਤੀ ਨੂੰ ਕਾਹਦੇ ਕੋਲ ਕੀ ਲੈਣ ਗਿਆ ਸੀ? ਬਸ ਉਹਨੂੰ ਦੇਖਣ। ਉਹਦੇ ਬਾਅਦ ਉਹਦੀ ਨੱਕ ਦੀ ਕਰੂੰਬਲ ਫਰਕਣ ਲੱਗੀ, ਬੁੱਲ ਫਰਕਣ ਲੱਗੀ। ਗੁਰੂ ਜਿਹੜਾ ਗੁਰੂ ਸੀ, ਉਸਤਾਦ ਸੀ ਹਰ ਚੀਜ਼ਾਂ 'ਚ, ਕਾਰਾਂ ਤੋਂ ਲੈ ਕੇ ਸੰਬੰਧਾਂ ਤੱਕ। ਤੇ ਗੁਰੂ ਜਿਹੜਾ ਚੁਟਕੀ ਨਾਲ ਗੱਲ ਕਰਦਾ। ਹਾਂ ਮਾਰ ਕੇ ਰੋਣ ਲੱਗਿਆ ਉੱਚੀ ਉੱਚੀ, ਬੱਚਿਆਂ ਵਾਂਗ ਹਿਚਕੀ ਵੱਜ ਗਈ। ਮੈਂ ਬੁੱਕਲ 'ਚ ਲੈ ਉਹਦੇ ਸਿਰ ਦੇ ਬਾਲਾਂ ਤੇ ਹੱਥ ਫੇਰ ਲਏ। ਗੱਡੀ ਆਉਣ ਦਾ ਵਕਤ ਹੋ ਗਿਆ। ਅਸੀਂ ਉਸ ਬੈਂਚ ਤੋਂ ਉੱਠੇ ਤੇ ਟਿਕਟ ਲੈ ਆਏ। ਫਿਰ ਉਸੇ ਬੈਂਚ ਤੇ ਬਹਿ ਕੇ ਸਾਡੇ ਵਿਚਕਾਰ ਕੋਈ ਗੱਲ ਨਹੀਂ ਸੀ। ਔਰ ਇੱਕ ਬੋਝੋ ਚੁੱਪ। ਮੈਂ ਉਹਨੂੰ ਸਮਝਾਉਣਾ ਚਾਹੁੰਦਾ ਕਿ ਸਿਮਰਤੀ ਦਾ ਖਿਆਲ ਛੱਡਦੇ। ਹੁਣ ਜ਼ਿੰਦਗੀ ਹੈ, ਜ਼ਿੰਦਗੀ ਦੀ ਪਛਾਣ ਦੀ ਪਕੜ ਇਹ ਕੌਣ ਕਰ ਸਕਦਾ? ਸੁਪਨਿਆਂ ਦਾ ਥੋੜਾ ਕੋਈ ਵਜੂਦ ਹੁੰਦਾ। ਫਿਰ ਉਹਨੇ ਖੁਦ ਚੁੱਪ ਤੋੜ ਲਗਾ। ਇਹ ਮਾਸਟਰ ਲਗਾਓ ਕਹਿੰਦੇ ਨੇ, ਇਹ ਨਹੀਂ ਟੁੱਟਦਾ ਯਾਰ। ਮੈਂ ਹੁਣ ਵਿਆਹ ਕਰਾਉਣ ਨੂੰ ਤਿਆਰ ਹਾਂ ਸਿਮਰਤੀ ਨਾਲ। ਮੈਂ ਸਾਰੀ ਦੁਨੀਆ ਨੂੰ ਛੱਡ ਦੂੰ, ਸਿਮਰਤੀ ਮਿਲ ਜਾਵੇ ਮੈਨੂੰ। ਦੁਬਾਰਾ ਫੇਰ ਬੁੱਲ ਫਰਕਣ ਲੱਗੇ। ਮੈਂ ਜੱਫੀ ਪਾ ਲਈ। ਪਲੇਟਫਾਰਮ ਤੇ ਸਵਾਰੀਆਂ ਦੀ ਭੀੜ ਸੰਘਣੀ ਹੋਈ। ਗੱਡੀ ਆਉਣ ਦੇ ਸਮੇਂ ਨੂੰ ਪਲ ਪਲ ਅੜੀਕੇ ਦਿੱਤੀ। ਮੈਨੂੰ ਐ ਸੀ ਵੀ ਗੱਡੀ ਆ ਜਾਵੇ, ਚੜ੍ਹ ਜਾਵੇ। ਮੇਰੇ ਤੋਂ ਉਦਾਸ ਗੁਰੂ ਦੇਖ ਨਹੀਂ ਸੀ ਹੁੰਦਾ। ਅੱਜ ਉਦਾਸ ਸੀ, ਰੋ ਰਿਹਾ ਸੀ। ਪਹਿਲਾਂ ਉਹਦਾ ਚੁੱਪ ਕਰਨਾ, ਹੱਸਣਾ ਮੈਨੂੰ ਕੁਛ ਨਹੀਂ ਸੀ ਕਹਿੰਦਾ। ਪਰ ਅੱਜ ਜਿਹੜਾ ਗੁਰੂ ਸੀ ਉਹ ਅਲੱਗ ਸੀ। ਗੁਰੂ ਨੇ ਮੇਰੇ ਮੋਢੇ ਤੇ ਜ਼ੋਰ ਦਾ ਧੱਫਾ ਮਾਰਿਆ ਤੇ ਫਿਰ ਹੱਸਿਆ। ਹੋਰ ਸੁਣਾ, ਤੇਰਾ ਕੀ ਹਾਲ ਹੈ? ਮੈਂ ਕੀ ਦੱਸਦਾ ਵੀ ਇਹ ਨਾਟਕ ਹੁਣ ਬੂਕਦਾ ਸੀ। ਗੱਡੀ ਆਈ ਤੇ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ। ਤੁਰੀ ਜਾਂਦਾ ਗੱਡੀ ਚੋਂ ਦੂਰ ਹੱਥ ਕੱਢ ਕੇ ਮੇਰੇ ਵੱਲ ਮਾਰਦਾ, ਕਹਿੰਦਾ ਆਊਂ ਮੈਂ ਮੁੜ ਕੇ, ਅਗਲੀ ਵਾਰ ਦੂਜਾ ਗੁਰੂ ਹੋਊ। ਸਾਰੇ ਲਗਾ ਹੈ, ਇਹਨੂੰ ਸਮਝ ਲਈ ਤੂੰ। ਗੁਰੂ ਦੀ ਗੱਡੀ ਜਾ ਰਹੀ ਸੀ, ਮੈਂ ਖੜਾ ਸੀ ਦੇਖਦਾ ਵੀ ਯਾਰ ਕੀ ਹੈ ਬੰਦਾ ਇਹ। ਪਰ ਮੈਨੂੰ ਵੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੀ, ਕਿਉਂਕਿ ਮੇਰਾ ਵੀ ਗੁਰੂ ਨਾਲ ਲਗਾਓ। ਕੁਛ ਕਹਾਣੀਆਂ ਜਿਹੜੀਆਂ ਲੇਖਕ
ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਲਿਖ ਦਿੰਦੇ ਨੇ। ਰਾਮ ਸਰੂਪ ਪੰਖੀ ਉਹਨਾਂ ਨੇ ਆਪਣੇ ਦੋਸਤ ਦੀ ਕੋਈ ਕਹਾਣੀ ਲਿਖੀ ਹੋਈ ਹੈ ਤੇ ਇਹੋ ਜਿਹੇ ਹੁੰਦੇ ਨੇ ਕਈ ਵਾਰ ਮਿੱਤਰ ਤੁਹਾਡੀ ਵੀ ਜ਼ਿੰਦਗੀ 'ਚ ਹੋਣਗੇ। ਕਈ ਦਿਨ ਬਹੁਤ ਖੁਸ਼ ਹੁੰਦੇ ਨੇ, ਕਈ ਵਾਰ ਬੋਲਣਗੇ, ਕਈ ਵਾਰ ਐਨ ਮੂੰਹ ਮੀਚਿਆ ਹੁੰਦਾ, ਕਈ ਵਾਰ ਹੱਸਦੇ ਹੁੰਦੇ ਨੇ। ਜ਼ਿੰਦਗੀ ਦਾ ਰੰਗ ਹੈ। ਗੁਰੂ ਰਾਜ ਕੁਮਾਰ ਜੀ ਦਾ ਲਗਾ ਦੀ ਗੱਲ ਜਿਹੜੀ ਹੈ ਉਹ ਸੁਣਾ ਕੇ ਹਟਿਆ। ਬਾਕੀ ਜੰਗਲੀ ਅੱਗਾਂ 200 ਦੇ ਕਰੀਬ ਲੱਗੀਆਂ ਹੋਈਆਂ ਨੇ। ਟਰੈਵਲ ਪਲਾਨ ਕਰਨ ਤੋਂ ਪਹਿਲਾਂ ਸ਼ੁਕਰ ਹੈ ਜੋ ਓਕਨਾਗਨ 'ਚ ਤਾਂ ਮੀਂਹ ਪੈ ਰਿਹਾ। ਬਹੁਤ ਗਰਮੀ ਨੇ ਫਰੂਟ ਖਰਾਬ ਕਰ ਦਿੱਤਾ, ਬਰਬਾਦ ਕਰ ਦਿੱਤੀ। ਚੈਰੀ ਤੇ ਸੇਬ ਅੱਧੇ ਜਿਹੜੇ ਨੇ ਇੱਕ ਬੰਨਿਓ ਪੀਲੇ ਕਰ ਦਿੱਤੇ, ਲਾਲ ਕਰ ਦਿੱਤੇ। ਹੋਰ ਐਪਰੀਕੋਟਸ ਜਿਹੜੇ ਨੇ ਉਹ ਵੀ ਜਿਹੜੇ ਨੇ ਬੜਾ ਔਖਾ ਹੈ। ਸਾਲ ਦੀ ਮਿਹਨਤ ਹੈ ਪਰ ਕਰ ਕੱਖ ਨਹੀਂ ਸਕਦੇ। ਕੀ ਕਰ ਸਕਦੇ? ਕੁਛ ਨਹੀਂ ਕਰਦੇ। ਤੇ ਮੀਂਹ ਉੱਥੇ ਪੈ ਰਿਹਾ ਅੱਜ। ਤੇ ਜੰਗਲੀ ਅੱਗਾਂ ਦੇ ਲਈ ਜਿਹੜਾ ਸਮਾਨ ਹੈ ਉਸ ਨੂੰ ਆਰਗੇਨਾਈਜ਼ ਕਰਕੇ ਤੁਹਾਨੂੰ ਕੱਲ੍ਹ ਨੂੰ ਅਪਡੇਟ ਕਰਾਂਗੇ। ਪਰ ਟ੍ਰੇਲਰ ਦੋਨਾਂ ਪਾਸੇ ਮੇਰਾ ਖਿਆਲ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੀਪ ਸਿੰਘ ਬੁਚਕਰ ਉਹਨਾਂ ਨੇ ਖੜਾ ਦਿੱਤਾ ਤੇ ਇੱਧਰ ਲੱਕੀ ਧਾਲੀਵਾਲ ਅਮਰ ਟਰੱਕਿੰਗ ਵਾਲਿਆਂ ਨੇ ਸਰੀ ਗੁਰਦੁਆਰਾ ਸਾਹਿਬ ਦੇ ਵਿੱਚ ਟ੍ਰੇਲਰ ਜਿਹੜਾ ਖੜਾ ਦਿੱਤਾ। ਤੇ ਉਹ ਬਾਕੀ ਸਾਰਾ ਤੁਹਾਨੂੰ ਅਪਡੇਟ ਕਰਾਂਗੇ ਬਈ ਸਮਾਨ ਜਿਹੜਾ ਉਹ ਕਿਹੜਾ ਚਾਹੀਦਾ। ਕੱਲ ਨੂੰ ਪ੍ਰੋਗਰਾਮ 'ਚ ਦੱਸਾਂਗਾ ਕੀ ਕੀ ਚਾਹੀਦਾ ਬਈ ਹੁਣ ਉਹੀ ਸਮਾਨ ਭੇਜਿਆ ਜਾਵੇ ਜਿਸ ਦੀ ਜ਼ਰੂਰਤ ਹੈ। ਜ਼ਿਆਦਾ ਜਿਹੜਾ ਇੱਕੋ ਜਿਹਾ ਸਮਾਨ ਆਪਾਂ ਉਹ ਮੈਰਿਟ ਦੇ ਵਿੱਚ ਟ੍ਰਿਪਲ ਐਕਸਲ ਜਿਹੜੇ ਵੱਡੇ ਨੇ ਮੈਨ ਤੇ ਵੂਮਨ ਦੇ ਜਿਹੜੇ ਕੱਪੜੇ ਤੇ ਹੋਰ ਸਮਾਨ ਕੱਲ੍ਹ ਨੂੰ ਮੈਂ ਲਿਸਟ ਪੂਰੀ ਤੁਹਾਨੂੰ ਦਊਂਗਾ ਬਈ ਜਿਹੜੀਆਂ ਘਰ ਦੀਆਂ ਕੁਛ ਆਈਟਮਸ ਨੇ ਜਿਹੜੇ ਜ਼ਿਪਲੌਕ ਬੈਗਸ ਨੇ, ਐਲੂਮੀਨੀਅਮ ਫੋਇਲ ਹੈ, ਜਿਹੜਾ ਫੂਡ ਸਟੋਰੇਜ ਕੰਟੇਨਰ ਨੇ, ਕਿਚਨ ਦਾ ਸਮਾਨ ਹੈ ਜੀ, ਪੌਟਸ ਪੈਨ ਜਿਹੜੇ ਨੇ ਉਹ, ਬੇਕਿੰਗ ਡਿਸ਼ਜ਼ ਨੇ, ਕੈਨ ਓਪਨਰਸ ਨੇ, ਲਾਂਡਰੀ ਸੋਪ, ਡਰਾਇਰ ਸ਼ੀਟਸ ਨੇ ਜਿਹੜੀਆਂ, ਬੇਕਿੰਗ ਪਾਊਡਰ, ਕੁਕਿੰਗ ਆਇਲ, ਇੰਸਟੈਂਟ ਪੋਟੈਟੋਜ਼, ਸ਼ੂਗਰ, ਫਲੋਰ ਜਿਹੜਾ ਆਟਾ ਤੇ ਚੀਨੀ ਤੇ ਬਾਕੀ ਡਿਸੇਬਿਲਿਟੀ ਦਾ ਜਿਹੜਾ ਕੁੰਡੀਆਂ ਤੇ ਵਾਕਰ ਵਗੈਰਾ ਜਿਹੜੇ ਹੋਣ ਤੇ ਇਹ ਸਮਾਨ ਜਿਹੜਾ ਬਗ ਸਪਰੇ, ਰੀਡਿੰਗ ਗਲਾਸਿਸ, ਨੇਲ ਕਲਿੱਪਰਸ, ਸਨਸਕ੍ਰੀਨਸ, ਇਹ ਕਿਉਂਕਿ ਹੁਣ ਘਰ 'ਚ ਕੁਛ ਵੀ ਨਹੀਂ ਹੈ ਤੇ ਇਹੀ ਸਮਾਨ ਹੈ ਜਿਹੜਾ ਇਹ ਕੱਲ੍ਹ ਨੂੰ ਮੈਂ ਦਊਂਗਾ ਲਿਸਟ ਤੁਹਾਨੂੰ ਦੋਨੇ ਪ੍ਰੋਗਰਾਮ 'ਚ ਦੱਸੂਗਾ। ਧੰਨਵਾਦ ਸਾਰਿਆਂ ਦਾ। ਕੱਲ੍ਹ ਨੂੰ ਫਿਰ ਮੁੜਦੇ ਆ। ਹੋ ਸਕਦਾ ਅੱਜ ਦੀ ਕਹਾਣੀ ਸਾਰਿਆਂ ਨੂੰ ਪਸੰਦ ਨਾ ਹੋਈ ਹੋਵੇ ਪਰ ਇਹੋ ਜਿਹੀਆਂ ਕਹਾਣੀਆਂ ਸੁਣਨ ਵਾਲੇ ਵੀ ਬਹੁਤ ਨੇ। ਮੈਨੂੰ ਪਤਾ ਜਿਹੋ ਜੀ ਤੁਸੀਂ ਸੁਣਨੀ ਚਾਹੁੰਦੇ ਹੋ। ਤੁਹਾਡੇ ਤਾਂ ਸ਼ਿਕਾਟ ਪਵੇ ਪਿੰਡਾਂ ਦੀਆਂ ਬੀਹਾਂ ਦੇ ਵਿੱਚ, ਘੋੜਾ ਭੱਜੇ, 12 ਬੋਰ ਪਾਈ ਹੋਵੇ ਗਲ 'ਚ ਤੇ ਬਸ ਸਿਰੇ ਲਾ ਕੇ ਮੁੜੇ ਬੰਦਾ, ਫਿਰ ਡਾਂਗ ਫਿਰੇ, ਜਿੱਤ ਹੋਵੇ ਕੀ ਮਤਲਬ ਹਾਰ ਨਾ ਹੋਵੇ। ਫੇਰ ਰਿਜਲ ਭਾਈ ਕਹਿੰਦੇ ਹੁੰਦੇ ਨੇ ਹੁਣ ਬਣੀ ਆ ਗੱਲ ਇੱਥੇ ਆ ਭਾਈ, ਇਹਨੂੰ ਵਿੱਚ ਨਾ ਛੱਡਿਆ ਕਰੋ, ਤੁਸੀਂ ਜੋੜ ਕੇ ਇਹਨੂੰ ਪੂਰੀ ਕਰ ਦਿਆ। ਤੇ ਅਖੀਰ 'ਚ ਗੀਤ ਮੁਹੰਮਦ ਸਦੀਕ ਦਾ ਚੜ੍ਹਦੀ ਕਲਾ, ਗੁਰੂ ਕਿਰਪਾ। ਅਗਲਾ ਬੁੱਧਵਾਰ ਫੇਰ ਆਇਆ ਲੈ, ਹੋਰ ਸੁਣਾ ਦਿਆਂਗੇ। ਨਾ ਸਰੰਗੀ ਜਿਹੜੀ ਹੈ, ਨਾ ਗੱਜ ਟੁੱਟਿਆ, ਨਾ ਸਰੰਗੀ ਟੁੱਟੀ ਹੈ, ਸਭ ਕੁਛ ਕੋਲ ਹੈ। ਰੱਬ ਰਾਖਾ। ਕੱਲ ਨੂੰ ਮਿਲ